ਚਾਦਰਾਂ ਮੰਗਾ ਲਓ, ਪਿੰਨੀਆਂ ਮੰਗਾ ਲਓ, ਢੋਡਾ ਮੰਗਾ ਲਓ, ਪਰ ਸੋਨਾ ਨਾ ਮੰਗਾਓ। ਜੇ ਤੁਹਾਨੂੰ ਕੋਈ ਕਹਿ ਰਿਹਾ ਕਿ ਸਾਡਾ 23 ਕੈਰਟ ਦੀ ਜੁਐਲਰੀ ਹੈ ਜੀ, ਐਬਸੋਲਿਊਟਲੀ ਰੋਂਗ ਹੈਗਾ ਜੀ ਉਹ। ਤੇ ਸੋਨਾ ਪਾਇਆ ਤੇ ਹੰਢਾਇਆ ਸਗੋਂ ਵੱਧਦਾ ਹੀ ਰਹਿੰਦਾ। ਸੋ ਅਸੀਂ ਪਹੁੰਚ ਚੁੱਕੇ ਹਾਂ ਜੀ ਮਾਸਟਰ ਜੁਐਲਰਸ ਦੀ ਲੋਕੇਸ਼ਨ ਦੇ ਉੱਤੇ ਤੇ ਸੁਖਦੀਪ ਡੱਲਾ ਜੀ ਨਾਲ ਗੱਲਬਾਤ ਕਰਦੇ ਹਾਂ। ਸੋ ਮਾਸਟਰ ਜੁਐਲਰ ਬਾਰੇ ਅਸੀਂ ਹੋਰ ਜ਼ਿਆਦਾ ਜਾਣਕਾਰੀ ਲੈਂਦੇ ਹਾਂ। ਸੋ ਜੇਕਰ ਤੁਸੀਂ ਬ੍ਰੈਂਪਟਨ ਦੇ ਵਿੱਚੋਂ GTA ਵਿੱਚ ਰਹਿੰਦੇ ਹੋ ਤੇ ਵਧੀਆ ਜੁਐਲਰੀ ਲੈਣਾ ਚਾਹੁੰਦੇ ਹੋ, ਜੁਐਲਰੀ ਦੇ ਡਿਜ਼ਾਈਨਸ ਦੇਖਣਾ ਚਾਹੁੰਦੇ ਹੋ, ਸੋ ਤੁਸੀਂ ਮਾਸਟਰ ਜੁਐਲਰਸ ਆ ਸਕਦੇ ਹੋ। ਸੋ ਸੁਖਦੀਪ ਜੀ ਸਾਡੇ ਨਾਲ ਮੌਜੂਦ ਤੇ ਪਹਿਲਾਂ ਉਹਨਾਂ ਨੂੰ ਵੈਲਕਮ ਕਰ ਲਈਏ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਹਮਦਰਦ ਜੀ। ਸਾਰੇ ਸਰੋਤਿਆਂ ਨੂੰ ਵੀ ਸਾਡੀ ਮਾਸਟਰ ਜੁਐਲਰੀ ਦੀ ਸਾਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਟੋਰ 'ਤੇ ਆਏ। ਜਿਵੇਂ ਕਿ ਤੁਸੀਂ ਆਲਰੇਡੀ ਐਕਸਪਲੇਨਡ, 2 ਲੋਕੇਸ਼ਨ ਤੋਂ ਅਸੀਂ ਬਰੈਂਪਟਨ ਵਾਸੀਆਂ ਨੂੰ ਅਸੀਂ ਜਿਹੜਾ ਕਿ ਅਸੀਂ ਸਰਵਿਸਿਜ਼ ਆਪਣੀ ਦੇ ਰਹੇ ਹਾਂ, ਬਰੈਂਪਟਨ ਈਸਟ ਅਤੇ ਬਰੈਂਪਟਨ ਵੈਸਟ। ਜੇ ਤੁਸੀਂ ਈਸਟ ਸਾਈਡ 'ਤੇ ਹੋ, ਜੋ ਏਅਰਪੋਰਟ ਦੇ ਨੇੜੇ ਹੋ ਬਿਲਕੁਲ, ਅਤੇ ਸਾਨੂੰ ਜਿਹੜੀ ਮਾਊਂਟੇਨ ਐਸ਼ ਵਾਲੀ ਲੋਕੇਸ਼ਨ ਬਿਲਕੁਲ ਨਜ਼ਦੀਕ ਪਏਗੀ। ਅਤੇ ਜੇ ਤੁਸੀਂ ਇਹਦੇ ਚੰਕੂਜ਼ੀ ਵਾਲੀ ਸਾਈਡ 'ਤੇ ਹੋ, ਅਤੇ ਚੰਕੂਜ਼ੀ ਐਂਡ ਵਿਲੀਅਮਸ ਪਾਰਕਵੇ ਦੇ ਅਸੀਂ ਬਿਲਕੁਲ ਕਾਰਨਰ 'ਤੇ ਵੈਰੀ ਪਾਪੂਲਰ ਪਲਾਜ਼ਾ ਜਿਹੜਾ ਹੈਗਾ ਜੀ, ਏਸ਼ੀਅਨ ਫੂਡ ਸੈਂਟਰ ਦੇ ਬਿਲਕੁਲ ਨਾਲ 80 ਪੋਟੋਸਾ ਡਰਾਈਵ 'ਤੇ ਵੀ ਆਰ ਲੋਕੇਟਡ। ਐਂਡ ਤੁਸੀਂ ਸਾਨੂੰ ਇੱਕ ਵਾਰੀ ਸਰਵਿਸ ਦਾ ਮੌਕਾ ਜ਼ਰੂਰ ਦਿਓ। ਜੇ ਤੁਸੀਂ ਤੁਹਾਡੀ ਕੋਈ ਵੈਡਿੰਗ ਆ ਰਹੀ ਹੈ, ਕੋਈ ਸਪੈਸ਼ਲ ਓਕੇਜ਼ਨ ਆ ਰਹੀ ਹੈ, ਉਹਦੇ ਲਈ ਤੁਸੀਂ ਆਪਣੀ 22 ਕੈਰਟ 골ਡ ਦੀ ਜੁਐਲਰੀ ਜਾਂ ਫਿਰ 24 ਕੈਰਟ ਦੇ ਗਹਿਣੇ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਔਸਮ ਡਿਜ਼ਾਈਨਸ ਨੇ, ਭਰਮਾਰ ਦੇ ਵਿੱਚ ਡਿਜ਼ਾਈਨ ਨੇ। ਕੋਈ ਇੱਕ ਚੀਜ਼ ਜੇ ਤੁਸੀਂ ਮੰਗਦੇ ਹੋ ਤਾਂ ਤੁਹਾਨੂੰ ਨਾ ਜ਼ਿਆਦਾ ਤਾਂ 20 ਚੀਜ਼ਾਂ ਦਿਖਾਈਆਂ ਜਾਂਦੀਆਂ, ਉਹਦੇ ਵਿੱਚੋਂ ਤੁਸੀਂ ਸਿਲੈਕਸ਼ਨ ਕਰ ਸਕਦੇ ਹੋ। ਬਹੁਤ ਹੀ ਖੂਬਸੂਰਤ ਗਹਿਣੇ ਅਤੇ ਬਹੁਤ ਹੀ ਵਾਜਬ ਪ੍ਰਾਈਸ ਦੇ ਵਿੱਚ। ਬਹੁਤ ਸਾਡਾ ਜਿਹੜਾ ਪਹਿਲਾ ਸਾਲ ਹੈਗਾ ਜੀ, ਐਂਡ ਵਿਦ ਅ ਗੋਡਸ ਗ੍ਰੇਸ, ਬਾਬਾ ਜੀ ਦੀ ਮਿਹਰ ਦੇ ਨਾਲ ਅਸੀਂ 2 ਲੋਕੇਸ਼ਨਾਂ ਖੋਲ੍ਹ ਚੁੱਕੇ ਹਾਂ। ਅਤੇ ਸਾਡਾ ਪਹਿਲਾ ਸਾਲ ਸਿਰਫ ਪੈਸੇ ਕਮਾਉਣਾ ਜਾਂ ਪ੍ਰੋਫਿਟ ਕਮਾਉਣਾ ਨਹੀਂ ਹੈ। ਵੀ ਵਾਂਟ ਟੂ ਅਰਨ ਕਸਟਮਰਸ। ਸਾਨੂੰ ਕਸਟਮਰਸ ਚਾਹੀਦੇ ਨੇ। ਅਸੀਂ ਪਰਿਵਾਰਾਂ ਨਾਲ ਜੁੜਨਾ ਚਾਹੁੰਦੇ ਹਾਂ। ਅਸੀਂ ਦੋਸਤਾਂ ਮਿੱਤਰਾਂ ਨੂੰ, ਤੁਹਾਡੇ ਸਾਰੇ ਰਿਸ਼ਤੇਦਾਰਾਂ ਨਾਲ ਮਿਲਣਾ ਵਰਤਣਾ ਚਾਹੁੰਦੇ ਹਾਂ ਕਿ ਉਹਨਾਂ ਦੇ, ਜੇ ਤੁਸੀਂ ਅੱਜ ਆਓਗੇ ਕੱਲ੍ਹ ਨੂੰ ਤੁਹਾਡੇ ਰਿਸ਼ਤੇਦਾਰ ਵੀ ਆਉਣਗੇ। ਅਤੇ ਇਸ ਕਸਟਮਰ ਬੇਸਿਸ 'ਤੇ ਅਸੀਂ ਆਪਣੀਆਂ ਦੋਨੋਂ ਲੋਕੇਸ਼ਨਸ ਤੁਹਾਨੂੰ ਸਰਵ ਕਰ ਰਹੇ ਹਾਂ। ਸੋ ਪ੍ਰੋਫਿਟ ਦੀ ਕੋਈ ਗੱਲ ਨਹੀਂ ਹੈ। ਇਟਸ ਆਲ ਅਬਾਊਟ ਕਿ ਅਸੀਂ ਵੀ ਵਾਂਟ ਟੂ ਜਨਰੇਟ ਦ ਲੀਡਸ ਕਿ ਹਾਂਜੀ ਤੁਸੀਂ ਸਾਡੀ ਦੁਕਾਨ 'ਤੇ ਆਓ, ਸਾਡੇ ਦੋਨੋਂ ਸ਼ਾਪਸ ਦੀ ਸਰਵਿਸਿਜ਼ ਦਾ ਆਨੰਦ ਮਾਣੋ ਜੀ। ਸੋ ਬਿਲਕੁਲ ਇੱਥੇ ਸਿਰਫ ਅਸੀਂ ਗੱਲਾਂ ਹੀ ਨਹੀਂ ਕਰ ਰਹੇ, ਤੁਹਾਨੂੰ ਅੰਦਰ ਜਾ ਕੇ ਦਿਖਾਵਾਂਗੇ ਵੀ ਜੋ ਯੂਨੀਕ ਡਿਜ਼ਾਈਨਸ ਇੱਥੇ ਅਵੇਲੇਬਲ ਨੇ, ਤੁਹਾਨੂੰ ਹੋਰ ਕਿਤੇ ਨਹੀਂ ਮਿਲਣੇ ਹੈਗੇ। ਸੋ ਸੁਖਦੀਪ ਜੀ ਨਾਲ ਅਸੀਂ ਇਹ ਵੀ ਗੱਲਬਾਤ ਕਰਦੇ ਹਾਂ। ਸੁਖਦੀਪ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਰਿਸ਼ਤੇ ਬਣਾਉਣਾ ਚਾਹੁੰਦੇ ਹਾਂ, ਸੋ ਇਹ ਵੀ ਪਤਾ ਹੁੰਦਾ ਜਿਵੇਂ ਅਸੀਂ ਪੁਰਾਣੇ ਇੰਡੀਆ ਵਿੱਚ ਇੱਕ ਸਾਡਾ ਖਾਸ ਜੁਐਲਰ ਹੁੰਦਾ ਜਿਹਦੇ ਉੱਤੇ ਸਾਨੂੰ ਪੂਰਾ ਟਰਸਟ ਹੁੰਦਾ, ਪੂਰਾ ਭਰੋਸਾ ਹੁੰਦਾ ਆ। ਉਹ ਟਰੈਂਡ ਅਸੀਂ ਇੱਥੇ ਵੀ ਲੈ ਕੇ ਆ ਰਹੇ ਹਾਂ। ਅਤੇ ਇੱਥੇ ਸਾਡੀਆਂ ਫੈਮਲੀਜ਼ ਹੈਗੀਆਂ, ਉਹ ਵੀ ਇਹ ਜਿਹਾ ਚਾਹੁੰਦੀਆਂ ਕਿ ਇੱਕ ਐਵੇਂ ਦਾ ਜੁਐਲਰ ਹੋਵੇ, ਅੱਖਾਂ ਬੰਦ ਕਰਕੇ ਅਸੀਂ ਉਹਨਾਂ ਨੂੰ ਵੀ ਸਾਡੀ ਚੋਇਸ ਦਾ ਪਤਾ ਹੋਵੇ ਅਤੇ ਉਸ ਅਕੋਰਡਿੰਗ ਸਾਨੂੰ ਸਾਰਾ ਕੁਝ ਦੇਣ। ਬਿਲਕੁਲ ਤਰਨ ਜੀ, ਤੁਸੀਂ ਰਾਈਟਲੀ ਐਕਸਪਲੇਨ ਕੀਤਾ। ਇਵਨ ਕਿ ਸਾਡੇ ਕੋਲੇ ਜਦੋਂ ਹੁਣ ਕੋਈ ਨਵੇਂ ਕਸਟਮਰ ਵੀ ਆਉਂਦੇ ਨੇ, ਉਹ ਕਹਿੰਦੇ ਵੀ ਸਾਡਾ ਤਾਂ ਫੈਮਿਲੀ ਜੁਐਲਰ ਸੀ ਉਹ ਪਿੰਡ ਇਸ 'ਤੇ ਕਿ ਸਾਡਾ ਤਾਂ ਸੰਗਰੂਰ ਦੇ ਵਿੱਚ ਭਾਈ ਆਹ ਜੁਐਲਰ ਸੀਗਾ। ਸੋ ਅਸੀਂ ਵੀ ਉਹੀ ਰਿਲੇਸ਼ਨਸ਼ਿਪ ਬਿਲਡਅਪ ਕਰਨਾ ਚਾਹੁੰਦੇ। ਵੀ ਆਰ ਇਨ ਦ ਬਿਜ਼ਨਸ। ਆਈ ਵੁੱਡ ਲਾਈਕ ਟੂ ਟੈਲ ਮਾਈ great grandfather, he was the first person in Canada ਜਿਨ੍ਹਾਂ ਨੇ ਕਿ ਪਹਿਲਾ ਜੁਐਲਰੀ ਸਟੋਰ, ਪੰਜਾਬੀ ਇੰਡੀਅਨ ਜੁਐਲਰੀ ਸਟੋਰ ਵੈਨਕੂਵਰ ਦੇ ਵਿੱਚ ਖੋਲ੍ਹਤਾ ਸੀ। ਐਂਡ ਇੱਥੇ ਵੀ ਉਹ ਮੇਰੇ ਦਿਲ 'ਚ ਸੀ ਕਿ ਗੱਲ, ਜਦੋਂ ਦਾਦਾ ਜੀ ਨੇ ਉਹ ਸਟੋਰ ਖੋਲ੍ਹਿਆ ਸੀ, ਦੈਨ ਵੀ ਵਾਂਟ ਟੂ ਓਪਨ ਕਿ ਉਹ ਦੱਸਦੇ ਹੁੰਦੇ ਸੀ, ਕਹਿੰਦੇ ਪੁੱਤ ਜਦੋਂ ਮੈਂ ਸਟੋਰ ਖੋਲ੍ਹਿਆ ਸੀ ਨਾ, ਲਾਈਨਾਂ ਲਵਾਤੀਆਂ ਸੀ, ਅਤੇ ਅਸੀਂ ਵੀ ਫਿਰ ਚਾਹੁੰਦੇ ਸੀ ਵੀ ਲਾਈਨਾਂ ਲਵਾ ਦਈਏ। ਫਿਰ ਬਾਕੀ ਉਸ ਦਿਨ ਜਿਸ ਦਿਨ ਓਪਨਿੰਗ ਸੀ, ਯੂ ਹੈਵ ਸੀਨ ਦੈਟ ਹਾਊ ਬਿਗ ਲਾਈਨ ਅਪ ਇਟ ਵਾਜ਼। ਹਾਂਜੀ, ਮਾਸਟਰ ਜੁਐਲਰਸ ਇਹ ਨਾਮ ਹੀ ਕਿਉਂ ਸਿਲੈਕਟ ਕੀਤਾ ਗਿਆ, ਮਾਸਟਰਸ ਤੇ ਉੱਤੋਂ ਦੀ ਜੁਐਲਰਸ? ਬੜੀ ਡੂੰਘੀ ਸਟੋਰੀ ਹੈ ਜੀ ਇਹ। ਜ਼ਿੰਦਗੀ ਦੇ ਵਿੱਚ ਕਹਿੰਦੇ ਵੀ ਜਦੋਂ ਤੁਹਾਡੇ ਕੋਲੇ ਕੁਛ ਤੁਹਾਡੇ ਇਨਸਾਨ ਤੁਹਾਡੀ ਜ਼ਿੰਦਗੀ 'ਚ ਆਉਂਦੇ ਨੇ ਅਤੇ ਥੋੜ੍ਹੀ ਬਦਲ ਕੇ ਰੱਖ ਦਿੰਦੇ ਨੇ। ਉਹ ਇਨਸਾਨਾਂ ਦੇ ਵਿੱਚ ਮੇਰੇ ਦਾਦਾ ਜੀ ਨੇ ਬਹੁਤ ਅਹਿਮ ਭੂਮਿਕਾ ਨਿਭਾਈ। ਜਦੋਂ ਘਰ ਦੇ ਹਾਲਾਤ ਕੁਛ ਬੰਦੇ ਦੇ ਕਈ ਵਾਰੀ ਨਹੀਂ ਠੀਕ ਹੁੰਦੇ, ਅਤੇ ਦਾਦਾ ਜੀ ਦੇ ਸਾਡੀ ਬਾਂਹ ਫੜੀ ਅਤੇ ਉਹਨਾਂ ਨੇ ਇੱਕ ਸਾਡਾ ਪਿੰਡ ਦੇ ਵਿੱਚ ਸਟੋਰ ਖੋਲ੍ਹ ਦਿੱਤਾ। ਫਿਰ ਪਰ ਖੋਣੀ ਨੂੰ ਕੁਛ ਹੋਰ ਮਨਜ਼ੂਰ ਸੀ। ਜਦੋਂ ਥੋੜ੍ਹੀ ਜਿਹੀ ਤਰੱਕੀ ਹਾਸਲ ਹੋਈ ਅਤੇ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਤਰੱਕੀ ਕੀਤੀ, ਪਰ ਉਹ ਦਾਦਾ ਜੀ ਨੂੰ ਦੱਸ ਹੀ ਨਾ ਪਾਏ। ਦਾਦਾ ਜੀ ਸਾਡੇ ਨਾਲ ਨਾ ਰਹੇ, ਪਰ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਤੌਰ 'ਤੇ, ਇੱਕ ਟ੍ਰਿਬਿਊਟ ਦੇ ਤੌਰ 'ਤੇ ਵੀ ਹੈਵ ਚੂਜ਼ਨ। ਉਦੋਂ ਅਸੀਂ ਸੋਚ ਲਿਆ ਸੀ ਕਿ ਜੇ ਸਟੋਰ ਖੋਲਾਂਗੇ ਤਾਂ ਮਾਸਟਰ ਜੁਐਲਰ। ਮੇਰੇ ਦਾਦਾ ਜੀ ਵਾਜ਼ ਅ ਟੀਚਰ, ਅਤੇ ਪਿੰਡ ਦੇ ਵਿੱਚ ਸਾਰੇ ਮਾਸਟਰ ਜੀ ਕਹਿੰਦੇ ਸੀ, ਮਾਸਟਰ ਜੀ ਦੇ ਘਰ ਜਾਣਾ। ਅਤੇ ਫਿਰ ਉਹ ਮਾਸਟਰ ਜੀ ਕਰਕੇ ਫਿਰ ਉੱਥੇ ਵੀ ਦੁਕਾਨ ਦਾ ਨਾਮ ਮਾਸਟਰ ਜੁਐਲਰਸ ਹੈਗਾ ਜੀ। ਫਿਰ ਅਸੀਂ ਇੱਥੇ ਵੀ ਮਾਸਟਰ ਜੁਐਲਰਸ ਦੀ, ਤਾਂ ਹੀ ਦੋਨੋਂ ਲੋਕੇਸ਼ਨਸ ਦਾ ਨਾਮ ਮਾਸਟਰ ਜੁਐਲਰਸ ਹੀ ਰੱਖਿਆ। ਮੇਰਾ ਸੁਪਨਾ ਸੀ ਵੀ ਮੈਂ ਆਪਦੇ ਦਾਦਾ ਜੀ ਦਾ ਨਾਮ ਸੁਨਹਿਰੀ ਅੱਖਰਾਂ 'ਚ ਲਿਖਾਉਣਾ, ਅਤੇ ਫਿਰ ਉਹ ਸ਼ਾਇਦ ਪਰਮਾਤਮਾ ਨੇ ਮਿਹਰ ਕੀਤੀ ਅਤੇ ਵੀ ਨੇਮਡ ਇਟ। ਹਾਂਜੀ, ਤੇ ਆਪਣੇ ਦਰਸ਼ਕਾਂ ਮੈਂ ਉਦੋਂ ਵੀ ਯੈਸ ਹਾਂ। ਸੋ
ਆਮ ਵੈਰੀ ਇਮੋਸ਼ਨਲ ਪਰਸਨ ਸੌਰੀ। ਸੋ ਜਿਵੇਂ ਕਿ ਪਲਾਜ਼ਾ ਦੀ ਗੱਲ ਕੀਤੀ ਆ ਸੁਖਦੀਪ ਜੀ ਨੇ, ਤੁਹਾਨੂੰ ਦੱਸ ਦਈਏ ਕਿ ਏਸ਼ੀਅਨ ਫੂਡ ਸੈਂਟਰ ਪਲੱਸ ਬੜੀ ਫੇਮਸ ਰਸ਼ਮੀ ਬੇਕਰੀ ਵੀ ਇਸੇ ਪਲਾਜ਼ਾ ਦੇ ਵਿੱਚ ਹੈਗੀ ਆ। ਸੋ ਨਾਲ ਦੀ ਨਾਲ ਤੁਸੀਂ ਸ਼ਾਪਿੰਗ ਕਰਨ ਆਓਗੇ, ਆਪਣੀ ਗੈਸਟ ਲੈ ਕੇ ਆਓਗੇ, ਸੋ ਤੁਸੀਂ ਨਾਲ ਆਪਣੀ ਗਰੋਸਰੀ ਵੀ ਕਰ ਸਕਦੇ ਹੋ ਤੇ ਕੁਝ ਨਵਾਂ ਵੈਰਾਈਟੀਜ਼ ਖਾਣ ਨੂੰ ਵੀ ਮਿਲ ਸਕਦੀਆਂ ਨੇ। ਸੋ ਵੈਸੇ ਸੁਖਦੀਪ ਜੀ ਵੀ ਤੁਹਾਨੂੰ ਨਾਲ ਦੀ ਨਾਲ ਕੁਝ ਨਾਲ ਹੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬੰਗਾਲੀ ਸਵੀਟਸ ਹੈਗੇ ਆ, ਕੁਝ ਖਾਣ ਪੀਣ ਨੂੰ ਇਹ ਵੀ ਆਰਡਰ ਕਰ ਸਕਦੇ ਨੇ। ਸੋ ਆਓ ਆਪਣੇ ਪਰਿਵਾਰ ਸਮੇਤ ਆਓ, ਜੋ ਜੁਐਲਰੀ ਤੁਸੀਂ ਲੈਣਾ ਚਾਹੁੰਦੇ ਹੋ, ਕਿਉਂਕਿ ਵੀ ਆਲ ਨੋ ਕਿ ਵੈਡਿੰਗ ਸੀਜ਼ਨ ਦੀ ਹੁਣ ਸ਼ੁਰੂਆਤ ਹੋਣ ਲੱਗੀ ਆ। ਸੋ ਕੁਝ ਡਿਜ਼ਾਈਨਸ ਦੇਖਣਾ ਚਾਹੁੰਦੇ ਹੋ ਤਾਂ ਵਾਕਈ ਮੋਸਟ ਵੈਲਕਮ। ਬਿਲਕੁਲ ਆਈ ਵੁੱਡ ਲਾਈਕ ਟੂ ਐਡ ਕਿ ਵਨ ਆਫ ਦਾ ਇਹ ਜਿਹੜਾ ਸੈਂਟਰ ਜਿਹੜਾ ਸਭ ਤੋਂ ਪੁਰਾਣਾ ਪਲਾਜ਼ਾ ਇਸ ਇਲਾਕੇ ਦਾ ਜੀ ਚਿੰਕੂਜ਼ੀ ਵਾਲੀ ਸਾਈਡ ਤੇ ਇਹ ਕੋਈ 25 ਈਅਰ 올ਡ ਪਲਾਜ਼ਾ ਹੈਗਾ। ਸਾਰੇ ਇੱਥੇ ਜਾਣਕਾਰ ਨੇ ਕਿ ਏਸ਼ੀਅਨ ਫੂਡ ਸੈਂਟਰ ਕਿੱਥੇ ਹੈ ਜੀ। ਰਸ਼ਮੀ ਬੇਕਰੀ ਇਜ਼ ਵਨ ਆਫ ਦਾ ਮੋਸਟ ਪਪੂਲਰ ਸਟੋਰ ਹੇਅਰ। ਫਿਰ ਇੰਡੀਅਨ ਕਰੀ ਮਹਿਲ ਤੇ ਬੰਗਲਾ ਸਵੀਟਸ, ਯੂ ਨੇਮ ਇਟ, ਦਿਸ ਲੋਕੇਸ਼ਨ ਹੈਜ਼ ਇਟ, ਹੈ ਨਾ ਜੀ। ਸੋ ਡੈਫੀਨੇਟਲੀ ਲੈਟਸ ਕਮ ਟੂਗੈਦਰ ਤੇ ਆਪਾਂ ਤੁਹਾਨੂੰ ਸਟੋਰ ਦੇ ਅੰਦਰ ਵੀ ਲੈ ਕੇ ਚੱਲਦੇ ਹਾਂ। ਹੁਣ ਆਪਣੇ ਦਰਸ਼ਕਾਂ ਨੂੰ ਜੁਐਲਰੀ ਦੇ ਡਿਜ਼ਾਈਨਸ ਵੀ ਦਿਖਾ ਦਿੱਤੀ, ਅਸੀਂ ਗੱਲ ਤਾਂ ਨਹੀਂ ਕੀਤੀ ਆ, ਡਿਜ਼ਾਈਨਸ ਵੀ ਦਿਖਾਉਂਦੇ ਆ। ਸੋ ਇਸ ਵਕਤ ਅਸੀਂ ਸਟੋਰ ਵਿੱਚ ਪਹੁੰਚ ਚੁੱਕੇ ਹਾਂ ਤੇ ਸੁਖਦੀਪ ਜੀ ਜਿਵੇਂ ਕਿ ਗੱਲ ਕਰਦੀ ਆ, 골ਡ ਦੀ ਗੱਲ ਆਉਂਦੀ ਆ, ਹਮੇਸ਼ਾ ਹੀ ਫੇਵਰੇਟ ਹੈ ਸਾਡੀ ਫੀਮੇਲਸ ਦਾ। ਵੈਸੇ ਹੀ 골ਡ ਜਿੰਨਾ ਹੋਵੇ ਉਹਨਾਂ ਘੱਟ ਲੱਗਦਾ ਉਹਨਾਂ ਨੂੰ। ਨਵੇਂ ਡਿਜ਼ਾਈਨਸ, ਫਿਰ ਇਹ ਵੀ ਹੁੰਦਾ ਕਿ ਵੈਡਿੰਗ ਸੀਜ਼ਨ ਆ ਰਿਹਾ, ਇਹੋ ਜਿਹੀ ਚੀਜ਼ ਮੈਂ ਪਾਵਾਂ ਜਿਹੜੇ ਸਾਰੇ ਦੇਖ ਕੇ ਕਹਿਣ ਕਿ ਇਹ ਕਿੱਥੋਂ ਲਈ ਹੈ। ਬਿਲਕੁਲ ਜੀ, ਐਬਸੋਲੂਟਲੀ, ਕਿਉਂਕਿ ਯੂ ਰਾਈਟਲੀ ਸੈਡ ਕਿ ਜੋ ਸੋਨਾ ਤਾਂ ਜਿੰਨਾ ਹੋਵੇ ਤੇ ਓਨਾ ਹੀ ਘੱਟ। ਪਰ ਇਹਦੇ ਨਾਲ ਇੱਕ ਮਿਲਦੀ ਜੁਲਦੀ ਗੱਲ ਇਹ ਵੀ ਹੈ ਜੀ ਕਿ ਜਿਹੇ ਜਿਹੀ ਜੇਬ 'ਚ ਸਾਡੇ ਪੈਸੇ ਆ ਤੇ ਜਿਹੋ ਜਿਹਾ ਘਰੇ ਸੋਨਾ ਪਿਆ, ਇੱਕ ਗੱਲ ਆ। ਤੇ ਸੋਨਾ ਪਾਇਆ ਤੇ ਹੰਡਾਇਆ ਸਗੋਂ ਵੱਧਦਾ ਰਹਿੰਦਾ। ਇਹ ਇੱਕ ਇਹੀ ਚੀਜ਼ ਆ। ਤੁਸੀਂ ਜੈਕਟ ਲੈ ਲਓ $1000 ਦੀ, $1500 ਦੀ, ਉਹ ਜੋ ਤੁਸੀਂ ਲੈ ਲਈ ਉਹ ਫਿਨਿਸ਼ ਹੈ ਗਈ ਜੀ। ਤੁਸੀਂ ਕੁਝ ਵੀ ਚੀਜ਼ ਲੈ ਲਓ, ਕੁਝ ਬਾਏ ਮਟੀਰੀਅਲਿਸਟਿਕ ਚੀਜ਼ਾਂ ਕੋਈ ਵੀ ਹਨ, ਪਰ ਇੱਕ ਸੋਨੇ ਇੱਕ ਇਹੀ ਚੀਜ਼ ਆ ਕਿ ਅਸੀਂ ਪਾ ਵੀ ਲੈਂਦੇ ਆ, ਉਹਨੂੰ ਹੰਡਾ ਵੀ ਲੈਂਦੇ ਆ ਤੇ ਉਹ ਵੱਧਦਾ ਵੀ ਰਹਿੰਦਾ, ਹੈ ਨਾ ਜੀ। ਤੇ ਉਸ ਤੋਂ ਬਾਅਦ ਜਦੋਂ ਮਰਜ਼ੀ ਡਿਜ਼ਾਈਨ ਚੇਂਜ ਕਰ ਲਓ ਤੇ ਤੁਹਾਨੂੰ ਪੂਰੇ ਦਾ ਪੂਰਾ ਮੁੱਲ ਵੀ ਮਿਲ ਜਾਂਦਾ। ਸੋ ਕਿਹੜੇ ਇਸ ਵਕਤ ਆਪਣੇ ਕੋਲ ਜ਼ਿਆਦਾ ਡਿਜ਼ਾਈਨਸ ਨੇ 골ਡ ਦੇ? ਅੱਜ ਕੱਲ੍ਹ ਡਾਇਮੰਡਸ ਦਾ, ਜਿਵੇਂ ਅੱਜ ਕੱਲ੍ਹ ਵੈਡਿੰਗ ਰਿੰਗਸ ਵਗੈਰਾ ਬਹੁਤ ਚੂਜ਼ੀ ਹੋ ਚੁੱਕੇ ਨੇ ਲੋਕੀ ਰਿੰਗਸ ਡਿਜ਼ਾਈਨ ਨੂੰ ਵੀ ਲੈ ਕੇ। ਸੋ ਕਿਹੜੇ ਕਿਸ ਟਾਈਪ ਦੇ ਹੈਗੇ? We have wide variety of gold as well as diamond rings as well, ਤੇ diamond earrings, necklaces. I will show you everything, ਹੈ ਨਾ। ਇਹ ਸਾਰਾ ਕੁਝ ਆਪਾਂ ਦਰਸ਼ਕਾਂ ਨੂੰ ਦਿਖਾਵਾਂਗੇ ਅੱਗੇ ਜਾ ਕੇ। ਤੇ ਜਿਵੇਂ ਤੁਸੀਂ ਦੱਸਿਆ ਕਿ ਜਿੰਨੀ ਵੀ ਸਾਡੀ ਜੁਐਲਰੀ ਆਉਂਦੀ ਹੈ, ਅਸੀਂ ਦੁਬਈ, ਸਿੰਗਾਪੁਰ ਤੋਂ ਸਾਡੀ ਜੁਐਲਰੀ ਇੰਪੋਰਟ ਹੋ ਕੇ ਆਉਂਦੀ ਆ। ਮੋਸਟਲੀ ਇਵਾਨ ਤੋਂ ਵੀ ਆਉਂਦੀ ਹੈਗੀ ਆ ਜੀ। ਸੋ ਵੈਰੀ ਗੁੱਡ ਐਕਸੀਲੈਂਟ ਕੁਆਲਿਟੀ ਦੇ ਵਿੱਚ, ਜਿਹਦੀ ਫਿਨਿਸ਼ ਬਹੁਤ ਵਧੀਆ ਹੋਏਗੀ, ਉਹਦੀ ਪੋਲਿਸ਼, ਉਹਦੀ ਫਿਨਿਸ਼ਿੰਗ, ਉਹਦੀ ਦ ਵੇ ਇਟ ਲੁਕਸ, ਐਬਸੋਲੂਟਲੀ ਸਟਨਿੰਗ ਪੀਸਸ ਸਾਡੇ ਕੋਲ ਹੋਣਗੇ। ਇੱਕ ਤੋਂ ਇੱਕ ਚੂਜ਼ ਅਸੀਂ ਕਰਦੇ ਹਾਂ ਖੁਦ ਬੈਠ ਕੇ ਰਾਤਾਂ ਨੂੰ ਕਿ ਕਿਹੜੀ ਜੁਐਲਰੀ ਅਸੀਂ ਲੈ ਕੇ ਆਈਏ ਦਰਸ਼ਕਾਂ ਲਈ ਕਿ ਇਹਨਾਂ ਦੇ ਮਨ ਨੂੰ ਲੁਭਾਵੇ, ਜਿਹਦੇ ਵਿੱਚ ਕਿ ਬ੍ਰਾਈਡਲ ਸੈੱਟ ਨੇ, ਰਾਣੀ ਹਾਰ ਨੇ। ਇੱਕ ਸਾਡੇ ਕੋਲ ਇੱਕ ਸ਼ਾਹੀ ਸੈੱਟ ਵੀ ਨਵਾਂ ਆਇਆ ਹੋਣੀ, ਉਹ 180 ਗ੍ਰਾਮ ਯਾਨੀ ਕਿ 18 ਤੋਲਿਆਂ ਦਾ ਸੈੱਟ ਹੈਗਾ ਜੀ, ਜਿਹੜੇ ਰਾਜੇ ਮਹਾਰਾਜੇ ਪਾਉਂਦੇ ਸੀਗੇ, ਉਹ ਤੁਹਾਨੂੰ ਅਸੀਂ ਦਿਖਾਵਾਂਗੇ ਹੁਣ। ਟ੍ਰੈਡੀਸ਼ਨਲ ਲੁੱਕ ਦੀ ਜਦੋਂ ਗੱਲ ਆਉਂਦੀ ਆਪਣੇ ਉਰੇ ਬਹੁਤ ਜ਼ਿਆਦਾ ਹੁਣ ਅੱਜ ਕੱਲ੍ਹ ਉਹ ਚੀਜ਼ ਨੂੰ ਲੈ ਕੇ ਟ੍ਰੈਂਡ ਵੱਧਦਾ ਜਾ ਰਿਹਾ ਕਿ ਟ੍ਰੈਡੀਸ਼ਨਲ ਜੁਐਲਰੀਜ਼ ਪਾਈਆਂ ਜਾਣ ਜਾਂ ਕੁਝ ਪੁਰਾਣੇ ਸੈਟਸ ਦਿਖਾਏ ਜਾਂਦੇ ਕਿ ਸਾਨੂੰ ਇਹਦੇ ਨਾਲ ਦੀ ਕਾਪੀ ਚਾਹੀਦੀ ਆ। ਫਿਰ ਉਹ ਚੀਜ਼ ਜਿਹੜੀ ਉਹ ਪ੍ਰੋਪਰ ਮੀਨਾਕਾਰੀ ਹੈ ਜਾਂ ਡਿਜ਼ਾਈਨਸ ਵਗੈਰਾ ਨੇ, ਉਹ ਫਿਰ ਤੁਸੀਂ ਕਿਵੇਂ ਕਰਦੇ ਹੋ? ਕਿਉਂਕਿ ਕਾਰੀਗਰ ਜਿਹੜੇ ਨੇ ਉਹਨਾਂ ਨੂੰ ਇਹ ਚੀਜ਼ ਸਮਝਣੀ ਵੀ ਬਹੁਤ ਜ਼ਰੂਰੀ ਹੈ ਕਿ 골ਡ ਸਿਰਫ ਖਰੀਦਿਆ ਨਹੀਂ ਜਾ ਰਿਹਾ, ਇਹ 'ਚ ਇਮੋਸ਼ਨਸ ਵੀ ਜੁੜੇ ਹੋਏ। ਐਬਸੋਲੂਟਲੀ। ਸੋ ਮੈਂ ਇਹ ਗੱਲ ਕਿੱਸਾ ਸ਼ੇਅਰ ਕਰਨਾ ਚਾਹਾਂਗਾ ਕਿ ਇੱਕ ਕਸਟਮਰ ਆਏ, ਉਹਨਾਂ ਨੇ ਉਹ ਕਹਿੰਦੇ ਮੇਰੇ ਦਾਦੀ ਦੇ ਨਾ ਹਰਾਣੀ ਹਾਰ ਪਾਇਆ ਸੀ, ਜਿਹੜਾ ਪੁਰਾਣਾ ਟਿੱਕੀਆਂ ਸਟਾਈਲ ਵਾਲਾ, ਹੈ ਨਾ ਜੀ। ਤੇ ਉਹੀ ਮੈਂ ਕਹਿੰਦੇ ਨਾਲ ਇਹਦੇ ਨਾਲ ਡਿਟੋ ਹੀ ਬਣਾਉਣਾ। ਤੇ ਵੀ ਵਰ ਐਕਸੈਪਸ਼ਨਲੀ ਮੇਡ ਦੈਟ ਵਨ ਫॉर ਹਰ, ਜਿਹੜਾ ਕਿ 100% ਉਹਦੇ ਨਾਲ ਮੈਚ ਕਰਦਾ ਜੀ। 99 ਵੀ ਨਹੀਂ, 100% 100% ਮੈਚ ਕੀਤਾ। ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਕਸਟਮਰਸ ਦਾ ਵੀ ਜਿਹੜੇ ਕਿ ਸਾਡੇ 'ਤੇ ਇੰਨਾ ਭਰੋਸਾ ਕਰਦੇ ਨੇ ਕਿ ਹਾਂਜੀ ਸਾਨੂੰ ਇਹ ਚੀਜ਼ ਚਾਹੀਦੀ ਆ, ਤਾਂ ਵੀ ਵਿਲ ਮੇਡ ਇਟ ਰੈਡੀ। ਅਗਰ ਉਹਨਾਂ ਦੀ ਕੋਈ ਵੀ ਚਾਹੇ ਤੁਸੀਂ ਇੰਟਰਨੈਟ ਤੋਂ ਕੋਈ ਪਿਕਚਰ ਪਿਕਅਪ ਕਰੋ, ਚਾਹੇ ਤੁਸੀਂ ਕੋਈ ਸਾਨੂੰ WhatsApp ਕਰ ਦਿਓ ਪਿਕਚਰ, ਉਹਦੇ ਨਾਲ ਦਾ ਡਿਜ਼ਾਈਨ, ਚਾਹੇ ਉਹ ਰਿੰਗ ਛੋਟੀ ਤੋਂ ਛੋਟੀ ਮੁੰਦਰੀ ਤੋਂ ਲੈ ਕੇ ਰਾਣੀ ਹਾਰ ਤੱਕ ਵੀ ਅਸੀਂ ਬਣਾ ਦਿੰਦੇ ਹਾਂ ਜੀ। ਜਦੋਂ 골ਡ ਬਾਰ ਦੀ ਗੱਲ ਆਉਂਦੀ ਉਦੋਂ ਵੀ ਸਾਡੇ ਕਮਿਊਨਿਟੀ 'ਚ ਕਾਫੀ ਜ਼ਿਆਦਾ ਹੈਗਾ ਹੈ ਕਿ ਜੇਕਰ ਇਸ ਵਕਤ ਸਾਡੀ ਜੇਬ 'ਚ ਪੈਸੇ ਹੈਗੇ ਆ, ਅਸੀਂ ਆਉਣ ਵਾਲੇ ਟਾਈਮ ਦੇ ਲਈ ਜਾਂ ਕੋਈ ਫੰਕਸ਼ਨ ਆਉਣਾ ਹੈ ਉਹਦੇ ਲਈ 골ਡ ਬਾਰ ਲੈ ਕੇ ਰੱਖ ਲਈਏ ਤਾਂ ਕਿ ਅੱਗੇ ਗਹਿਣੇ ਬਣਾਏ ਜਾ ਸਕਣ। ਸੋ 골ਡ ਬਾਰ ਦੇ ਕੀ ਆਪਸ਼ਨਸ ਤੁਹਾਡੇ ਕੋਲ ਹੈਗੇ? ਕਿਉਂਕਿ ਬੈਂਕਸ ਵੀ ਆਪਸ਼ਨ ਦਿੰਦੇ ਆ। ਸੋ ਵਾਈ ਓਨਲੀ ਮਾਸਟਰ ਜੁਐਲਰਸ? ਬੈਂਕਸ ਦੇ ਨਾਲੋਂ ਅਸੀਂ ਪ੍ਰਾਈਸ ਜਿਹੜਾ ਸਾਡਾ ਹੈਗਾ ਜੀ ਉਹ ਨੀਅਰ ਅਬਾਊਟ $40 to $50 ਅਸੀਂ ਲੋ ਪ੍ਰਾਈਸ ਦੇ ਵਿੱਚ ਦਿੰਦੇ ਹੈਗੇ ਆ। $50 ਦਾ ਵੈਸੇ ਹੀ ਫਰਕ ਪੈ ਜਾਂਦਾ। ਪੀਪਲ ਹੂ ਆਰ ਇਨਵੈਸਟਿੰਗ ਇਨ ਦਾ 골ਡ, ਅਸੀਂ ਸਵੇਰੇ ਟਰਸਟ ਮੀ ਕਿ ਜਦੋਂ ਦੁਕਾਨ ਖੁੱਲ੍ਹਦੀ ਆ ਘੱਟੋ ਘੱਟ ਨਾ ਜਦੋਂ 40 ਤੋਂ ਲੈ ਕੇ 50
50 ਫੋਨ ਆ ਜਾਂਦੇ ਕਿ ਅੱਜ 골ਡ ਪ੍ਰਾਈਸ ਦਾ ਅੱਜ ਦਾ 골ਡ ਬਾਰ ਦਾ ਕੀ ਪ੍ਰਾਈਸ ਹੈਗਾ ਜੀ। ਸੋ ਬੈਂਕ ਤੋਂ ਲੈਣਾ ਇਜ਼ ਆਲਸੋ ਗੁੱਡ ਆਪਸ਼ਨ, ਬਟ ਜੇ ਤੁਸੀਂ ਥੋੜ੍ਹਾ ਜਿਹਾ ਚੀਪਰ ਲੈਣਾ ਚਾਹੁੰਦੇ ਹੋ, ਜੇ ਕਿਸੇ ਨੂੰ 10-12 ਬਾਏ ਕਰਨੀ ਆ, 20-12 ਬਾਏ ਕਰਨੀ ਆ, ਤਾਂ $50 ਦੇ ਹਿਸਾਬ ਨਾਲ ਉਹਨੂੰ ਮਲਟੀਪਲਾਈ ਕਰੀਏ ਤਾਂ ਕੋਈ $1000 ਤੁਹਾਨੂੰ ਪ੍ਰੋਫਿਟ ਹੋ ਗਿਆ ਜੀ। ਸੋ ਐਬਸੋਲੂਟਲੀ ਯੂ ਹੈਵ ਟੂ ਇਨਵੈਸਟ ਇਨ ਦ 골ਡ। 골ਡ ਦੇ ਵਿੱਚ ਹਮੇਸ਼ਾ ਇਨਵੈਸਟ ਕਰੋ। ਇਹ ਛੋਟੀਆਂ ਜੇ ਤੁਹਾਡੇ ਕੋਲ ਬੱਚਤਾਂ ਨੇ ਤੇ ਛੋਟੀ ਬੱਚਤ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਐਫਰਟ ਹੈਗੀ ਆ। ਕਹਿੰਦੇ ਵੀ ਜਦੋਂ ਅੱਜ ਕੱਲ੍ਹ ਤਾਂ ਹੁਣ ਇਹ ਪਹਿਲਾਂ ਵੀ ਰਿਵਾਜ਼ ਸੀ, ਪਹਿਲਾਂ ਹੀ ਪੇਰੈਂਟਸ ਸਿਆਣੇ ਬਜ਼ੁਰਗ ਸੀ ਜਿਹੜੇ ਸਾਡੇ, ਉਹ ਪਹਿਲਾਂ ਹੀ ਸੋਨਾ ਜੋੜਨਾ ਬੱਚਿਆਂ ਦੇ ਵਿਆਹ ਲਈ, ਚਾਹੇ ਉਹ ਲੜਕਾ ਹੋਵੇ ਲੜਕੀ ਹੋਵੇ। ਦੇਖੋ ਜੀ ਅੱਜ ਕੱਲ੍ਹ ਬੱਚੇ ਸਾਰੇ ਬਰਾਬਰ ਨੇ। ਜੇ ਅਸੀਂ ਧੀ ਨੂੰ ਪਾਉਣਾ ਸੋਨਾ ਤੇ ਉਹਨਾਂ ਹੀ ਨੂੰਹ ਨੂੰ ਪਾਉਣਾ ਹੈ ਨਾ ਜੀ, ਅਤੇ ਧੀ ਵਾਸਤੇ ਵੀ ਨੂੰਹ ਵਾਸਤੇ ਵੀ ਸੋਨਾ ਤਾਂ ਜੋੜਨਾ ਹੀ ਜੋੜਨਾ। ਅਤੇ ਉਸ ਦੇ ਲਈ ਇਸ ਬੈਟਰ ਆ ਕਿ ਇੱਕ ਇੱਕ ਚੀਜ਼ ਦੋ ਦੋ ਚੀਜ਼ਾਂ ਕਰਕੇ ਬੰਦਾ ਲੈਂਦਾ ਰਹੇ, ਉਸ ਇੱਕਦਮ ਉਦੋਂ ਬੋਝ ਨਹੀਂ ਪੈਂਦਾ। ਮਤਲਬ ਇਹਨਾਂ ਕੋਲ ਜਿਹੜੇ ਇੱਥੇ ਸਪੈਸ਼ਲੀ ਪੁਰਾਣੇ ਵਸੇ ਹੋਏ ਨੇ ਜਾਂ ਨਵੇਂ ਵੀ ਆ ਰਹੇ ਨੇ, ਪੁਰਾਣੀ ਆਪਦੇ ਪਿੱਛੋਂ ਜੁਐਲਰੀ ਲੈ ਕੇ ਆਉਂਦੇ ਨੇ। ਸੋ ਬਟ ਅੱਜ ਕੱਲ੍ਹ ਜਿਵੇਂ ਡਿਜ਼ਾਈਨਸ ਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਆ ਰਹੇ ਨੇ, ਤਾਂ ਉਹ ਚਾਹੁੰਦੇ ਨੇ ਕਿ ਉਹ ਪੁਰਾਣੀ ਜੁਐਲਰੀ ਦੇ ਕੇ ਕੁਛ ਨਵਾਂ ਚੀਜ਼ ਲਈ ਜਾਵੇ, ਹੈ ਨਾ। ਸੋ ਕੁਛ ਇਹ ਜਿਹਾ ਵੀ ਆਪਾਂ ਕਰਦੇ ਹਾਂ। ਉਹ ਐਬਸੋਲੂਟਲੀ ਹਾਂਜੀ। ਅਸੀਂ ਇੱਕ ਨਵੀਂ ਸਾਡੀ ਸਕੀਮ ਹੈਗੀ ਹੈ ਜੀ, ਜੇ ਤੁਹਾਡੇ ਕੋਲ ਇੰਡੀਆ ਤੋਂ ਬਣਿਆ ਹੋਇਆ, ਕਿਤੋਂ ਵੀ ਪਾਕਿਸਤਾਨ ਤੋਂ, ਕਿਤੋਂ ਵੀ ਇਵਾਨ ਤੋਂ ਬਣਿਆ ਹੋਇਆ ਕੋਈ ਪੁਰਾਣਾ 골ਡ ਹੈ ਨਾ, ਤੁਸੀਂ ਆਪਣਾ ਪੁਰਾਣਾ 골ਡ ਲੈ ਕੇ ਆਓ, ਅਸੀਂ ਤੁਹਾਨੂੰ ਵੇਟ ਟੂ ਵੇਟ ਐਕਸਚੇਂਜ ਕਰ ਦਾਂਗੇ। ਕੋਈ ਉਹਦੇ ਵਿੱਚ ਘਾਟ ਨਹੀਂ ਹੋਏਗੀ, ਸਿਰਫ ਤੁਹਾਨੂੰ ਥੋੜ੍ਹੀ ਲੇਬਰ ਦੇਣੀ ਪੈਂਦੀ ਉਹਦੇ ਨਾਲ। ਜਸਟ ਨਵੇਂ 골ਡ ਦੀ ਲੇਬਰ ਲਵਾਂਗੇ ਨਾਲ, ਅਤੇ ਪੁਰਾਣੇ 골ਡ 'ਤੇ ਕੋਈ ਘਾਟ ਨਹੀਂ ਹੈ। ਕੋਈ ਉਹਦੇ ਵਿੱਚੋਂ ਕੋਈ ਅਸੀਂ ਕੱਟਦੇ ਨਹੀਂ, ਕੋਈ ਸੋਨਾ ਨਹੀਂ ਕੱਟਦੇ ਜਿਵੇਂ ਪਹਿਲਾਂ ਚੱਲਦਾ ਸੀ। ਹਾਂਜੀ ਇਹਦੇ ਵਿੱਚੋਂ ਇੰਨੀ ਕਾਟ ਕੱਟੀ ਗਈ, ਹਾਂਜੀ ਉਹ ਕਾਟ ਕੂਟ ਵਾਲਾ ਕੋਈ ਆਪਾਂ ਕੁਛ ਨਹੀਂ ਕਰਦੇ ਜੀ। ਐਬਸੋਲੂਟਲੀ ਉੱਦਾਂ ਹੀ ਵੇਟ ਟੂ ਵੇਟ ਐਕਸਚੇਂਜ ਕਰ ਦਿੰਦੇ ਜੀ ਆਪਾਂ। ਜਦੋਂ ਡਾਇਮੰਡਸ ਦੀ ਗੱਲ ਆਉਂਦੀ ਹੈ, ਡਾਇਮੰਡਸ ਦੇ ਬਾਰੇ ਵਿੱਚ ਲੋਕੀ ਬਹੁਤ ਕਨਫਿਊਜ਼ ਹੁੰਦੇ ਆ, ਇਹਦੀ ਪਿਓਰਟੀ ਜਾਂ ਇਹਦੀ ਕਿਵੇਂ ਚੈੱਕ ਕੀਤਾ ਜਾਵੇ ਕਿ ਕਿੰਨੇ ਡਾਇਮੰਡ ਦੀ ਪਿਓਰਟੀ ਕਿੱਦਾਂ ਹੋ ਸਕਦੀ ਆ। ਸੋ ਇਹਦੇ ਬਾਰੇ ਵੀ ਥੋੜ੍ਹੀ ਜਾਣਕਾਰੀ। ਡਾਇਮੰਡ ਜਿਵੇਂ ਕਿ 골ਡ ਦੇ ਵਿੱਚ ਵਾਈਡ ਵੈਰਾਈਟੀ ਹੈਗੀ ਆ, ਜੋ ਮੈਂ ਤੁਹਾਨੂੰ ਦਿਖਾਉਣਾ ਜੀ। ਜਿਵੇਂ 골ਡ ਦੇ ਵਿੱਚ ਵਾਈਡ ਵੈਰਾਈਟੀ ਆਉਂਦੀ ਹੈਗੀ, ਉਵੇਂ ਡਾਇਮੰਡ ਦੇ ਵਿੱਚ ਵੀ ਵਾਈਡ ਰੇਂਜ ਆਫ ਵੈਰਾਈਟੀ ਹੈਗਾ। 골ਡ ਵੀ ਜਿਵੇਂ ਤੁਸੀਂ ਸੁਣਿਆ ਹੋਊਗਾ 10 ਕੈਰਟ ਦਾ 골ਡ ਸਟਾਰਟ ਹੈ, 10 ਕੈਰਟ ਦਾ ਹੈਗਾ ਜੀ, 14 ਕੈਰਟ ਦਾ ਹੈਗਾ, 18 ਕੈਰਟ ਦਾ ਹੈਗਾ, 21 ਕੈਰਟ ਦਾ ਹੈਗਾ, ਫਿਰ 22 ਕੈਰਟ। ਫਿਰ ਕੁਛ ਇੰਡੀਆ ਦੇ ਵਿੱਚ ਇੱਕ ਨਵਾਂ ਟਰੈਂਡ ਚੱਲਿਆ ਸੀ KDM ਦਾ, ਨਹੀਂ ਕਿ 23 ਕੈਰਟ 골ਡ ਹੈਗਾ ਜੀ। ਪਰ ਜੁਐਲਰੀ ਕਦੇ ਵੀ 22 ਕੈਰਟ ਤੋਂ ਉੱਪਰ ਬਣ ਨਹੀਂ ਸਕਦੀ, ਐਕਸੈਪਟ ਕੜਾ ਬਣ ਜਾਊਗਾ ਜੀ, ਸਿੰਪਲ ਪਲੇਨ ਜਿਹੜਾ ਕਿ ਖੁਰਦਰਾ ਹੋਊਗਾ, ਉਹਦੀ ਸ਼ਾਈਨ ਨਹੀਂ ਹੋਏਗੀ, ਉਹ ਤੁਸੀਂ ਬਣਾ ਸਕਦੇ ਹੋ ਚਲੋ 24 ਕੈਰਟ ਜਾਂ 23 ਕੈਰਟ ਦੇ ਵਿੱਚ। ਬਟ ਅਦਰ ਦੈਨ ਦੈਟ ਜੇ ਤੁਹਾਨੂੰ ਕੋਈ ਕਹਿ ਰਿਹਾ ਕਿ ਸਾਡਾ 23 ਕੈਰਟ ਦੀ ਜੁਐਲਰੀ ਹੈ ਜੀ, ਐਬਸੋਲਿਊਟਲੀ ਰੋਂਗ ਹੈਗਾ ਜੀ। ਉਹ ਕਦੇ ਵੀ 23 ਕੈਰਟ ਦੀ ਜੁਐਲਰੀ ਨਹੀਂ ਆਉਂਦੀ। ਜੁਐਲਰੀ ਜੇ ਹਮੇਸ਼ਾ ਬਣੇਗੀ ਵੱਧ ਤੋਂ ਵੱਧ ਜਿਹੜਾ ਹੈਗਾ ਉਹ 22 ਕੈਰਟ ਦੀ ਜੁਐਲਰੀ ਬਣੇਗੀ। ਫਿਰ ਕਈ ਕਸਟਮਰਸ ਦਾ ਇਹ ਵੀ ਹੁੰਦਾ ਕਿ ਹਾਂਜੀ ਅਸੀਂ ਡਾਇਮੰਡ ਲੈਣਾ ਹੈਗਾ। ਜਦੋਂ ਕਿ ਤੁਸੀਂ ਕੁਐਸਚਨ ਪੁੱਛਿਆ ਕਿ ਉਹਦੇ ਵਿੱਚ ਕਿੰਨੀਆਂ ਵੈਰਾਈਟੀਜ਼ ਆਉਂਦੀਆਂ ਨੇ, ਹਾਂਜੀ ਡਾਇਮੰਡ ਦੇ ਵਿੱਚ ਵੀ ਬਹੁਤ ਸਾਰੀ ਕੁਆਲਿਟੀਜ਼ ਆ ਜਾਂਦੀਆਂ ਨੇ। ਉਹਦੇ ਵਿੱਚ ਉਹ 3 ਚੀਜ਼ਾਂ ਮੈਟਰ ਕਰਦੀਆਂ। ਡਾਇਮੰਡ ਦਾ ਕੱਟ ਕਿਹੜਾ, ਯਾਨੀ ਕਿ ਕਿੱਦਾਂ ਦਾ ਡਾਇਮੰਡ ਹੈਗਾ, ਉਹ ਗੋਲ ਆ, ਉਹ ਤਿਕੋਨਾ, ਉਹ ਪਾਈ ਸ਼ੇਪ 'ਚ ਕੱਟਿਆ ਹੋਇਆ ਹੈਗਾ, ਉਹਦਾ ਵੀ ਪ੍ਰਾਈਸ ਦੇ ਉੱਪਰ ਬੜਾ ਫਰਕ ਪੈਂਦਾ। ਫਿਰ ਉਹਦਾ ਕਲਰ ਕਿੱਦਾਂ ਦਾ, ਉਹ ਥੋੜ੍ਹਾ ਯੈਲੋਇਸ਼ ਵਿੱਚ ਹੈ, ਕ੍ਰਿਸਟਲ ਕਲੀਅਰ ਹੈਗਾ, ਵਾਟਰ ਕਲਰ ਹੈਗਾ, ਕਿੱਦਾਂ ਦਾ ਕਲਰ ਆ ਉਹਦਾ। ਡਾਇਮੰਡ ਦੇ ਵਿੱਚ ਕਲਰਸ ਦੀ ਗ੍ਰੇਡਿੰਗ ਹੋਈ ਹੈਗੀ ਹੈ ਜੀ, SI ਕਲਰ ਹੈ, GH ਕਲਰ ਹੈ, ਦਿਸ ਇਜ਼ ਵਟ ਉਹਦੇ ਵਿੱਚ ਵੀ ਪ੍ਰਾਈਸ ਦਾ ਅਪ ਐਂਡ ਡਾਊਨ ਚੱਲਦਾ ਹੈਗਾ। ਫਿਰ ਉਹ ਕਲੀਅਰ ਕਿੰਨਾ ਹੈਗਾ, ਉਹਦੀ ਕੱਟ, ਕਲਰ, ਕਲੈਰਿਟੀ, 3 ਚੀਜ਼ਾਂ ਮੈਟਰ ਕਰਦੀਆਂ ਜਦੋਂ ਵੀ ਅਸੀਂ ਡਾਇਮੰਡ ਖਰੀਦਦੇ ਹਾਂ। ਕੱਟ ਕਿਹੜਾ ਅਤੇ ਉਹਦਾ ਕਲਰ ਕਿਹੜਾ ਅਤੇ ਉਹਦੀ ਕਲੈਰਿਟੀ ਕੀ ਆ। ਹਾਈਐਸਟ ਕੁਆਲਿਟੀ VVS ਜਿਹੜਾ ਡਾਇਮੰਡ ਹੈਗਾ ਸਭ ਤੋਂ ਟੌਪ ਨੌਚ ਹੈਗਾ ਜੀ। ਉਹਦੇ ਵਿੱਚ ਵੀ ਹੈਵ ਮੋਸਟਲੀ ਨੈਚੁਰਲ ਡਾਇਮੰਡਸ। 2 ਤਰ੍ਹਾਂ ਦੇ ਡਾਇਮੰਡ ਅੱਜ ਕੱਲ੍ਹ ਸਮਾਜ ਦੇ ਵਿੱਚ ਚੱਲੇ ਹੋਏ ਨੇ ਵਰਲਡ ਦੇ ਵਿੱਚ। ਵਨ ਇਜ਼ ਨੋਨ ਐਜ਼ ਨੈਚੁਰਲ ਡਾਇਮੰਡ, ਜਿਹੜੇ ਕਿ ਧਰਤੀ 'ਚੋਂ ਨਿਕਲਦੇ ਨੇ, ਖੋਦਦੇ ਜਾਂਦੇ ਨੇ, ਉਹਨਾਂ ਨੂੰ ਕਹਿੰਦੇ ਨੈਚੁਰਲ ਡਾਇਮੰਡਸ। ਦੂਜੇ ਹੈਗੇ ਅੱਜ ਕੱਲ੍ਹ ਹੁਣ ਨਵੀਆਂ ਲੈਬਸ ਕ੍ਰੀਏਟ ਹੋ ਗਈਆਂ, ਉਹ ਕਹਿੰਦੇ ਵੀ ਅਸੀਂ ਉਸੇ ਹਿਸਾਬ ਨਾਲ ਪ੍ਰੈਸ਼ਰਾਈਜ਼ਡ ਕਰਕੇ ਨਾ ਅਸੀਂ ਡਾਇਮੰਡ ਕ੍ਰੀਏਟ ਕਰਦੇ ਨੇ, ਉਹਨੂੰ ਕਹਿੰਦੇ ਲੈਬ ਗਰੋਨ ਡਾਇਮੰਡ। ਲੈਬ ਗਰੋਨ ਡਾਇਮੰਡਸ ਆਰ ਵੈਰੀ ਵੈਰੀ ਈਜ਼ੀ। ਜਿਵੇਂ ਉਹ ਜਰਕਨ ਸੀ ਇੰਡੀਆ ਦੇ ਵਿੱਚ, ਅਸੀਂ ਸੁਣਿਆ ਸੀਗਾ ਵਰਡ ਜਰਕਨ ਦੇ ਸਟੋਨ ਆ ਜੀ, ਉਹ ਕੋਈ ਹੋਰ ਦੇ ਨਾਲ ਹੀ ਮਿਲਦਾ ਜੁਲਦਾ ਕੁਛ ਲੈਬ ਗਰੋਨ ਡਾਇਮੰਡ। ਸੋ ਇਟਸ ਨਾਟ ਵਰਥ ਟੂ ਸਪੈਂਡ ਔਨ ਟੂ ਦਾ ਲੈਬ ਗਰੋਨ ਡਾਇਮੰਡ। ਹਾਂਜੀ ਹੁਣ ਸੈਮੀ ਡਾਇਮੰਡ ਕਹਿ ਦਿੰਦੇ ਆ, ਉਹਨੂੰ ਅਮਰੀਕਨ ਡਾਇਮੰਡਸ ਕਹਿ ਦਿੰਦੇ ਆ। ਅਮਰੀਕਨ ਡਾਇਮੰਡਸ ਆਰ ਵੇ ਲਿਟਲ ਬਿਟ ਲੋਅਰ। ਅਤੇ ਆਈ ਵੁੱਡ ਸੇ ਕਿ ਜਦੋਂ ਵੀ ਤੁਸੀਂ ਡਾਇਮੰਡ ਲੈਣਾ ਹਮੇਸ਼ਾ ਇਹ ਚੀਜ਼ ਨੋਟਿਸ ਕਰੋ ਕਿ ਉਹ ਨੈਚੁਰਲ ਡਾਇਮੰਡ ਹੈ। ਜੇ ਨੈਚੁਰਲ ਡਾਇਮੰਡ ਹੈ ਤਾਂ ਉਹਦਾ ਸਰਟੀਫਿਕੇਟ ਹੈ। ਬਿਨਾਂ ਸਰਟੀਫਿਕੇਟ ਤੋਂ ਕਦੇ ਵੀ ਡਾਇਮੰਡ ਨਾ ਲਓ। ਸਾਡੇ ਕੋਲ ਜਿੰਨੇ ਵੀ ਸਾਰੇ ਡਾਇਮੰਡ ਦੀਆਂ ਕਾਫੀ ਬੈਕ 'ਤੇ ਵੀ ਸਮਾਨ ਪਿਆ, ਵੀ ਡਿਸਪਲੇ ਲਿਟਲ ਲੈਸ ਹੇਅਰ ਕਿਉਂਕਿ ਸਪੇਸ ਨਹੀਂ ਹੈ ਜੀ। ਅਤੇ ਉਹਦੇ ਵਿੱਚ ਡਾਇਮੰਡ ਦੀਆਂ ਰਿੰਗਸ ਹੈਗੀਆਂ, ਡਾਇਮੰਡ ਦੇ ਸਟੱਡਸ ਹੈਗੇ ਆ, ਕਿਉਂਕਿ ਇਹ 2 ਚੀਜ਼ਾਂ ਮੇਨਲੀ ਅੱਜ ਕੱਲ੍ਹ ਜਿਹਨੂੰ ਡਾਇਮੰਡ 'ਚ ਹੀ ਚੱਲ ਰਹੀਆਂ ਹੈਗੀਆਂ ਇਹ, ਰੈਦਰ ਦੈਨ ਕਿ ਉਹ ਗੋਲਡ ਦੇ ਵਿੱਚ ਚੱਲਣ।
ਹੁਣ ਜਿਵੇਂ ਵੈਡਿੰਗ ਸੀਜ਼ਨ ਵੀ ਆ ਰਿਹਾ ਵਾ ਤੇ ਆਫ ਕੋਰਸ ਲੈਣ ਦੇਣ ਦੀ ਜੁਐਲਰੀ ਵੀ ਹੁੰਦੀ ਆ ਕਿ ਹੁਣ ਅੱਗੇ ਪਰਿਵਾਰਾਂ ਨੂੰ ਅੱਗੇ ਪਾਉਣੀ ਆ। ਸਾਡੇ ਆਮ ਤੌਰ 'ਤੇ ਖਾਸ ਹੁੰਦਾ ਕਿ ਫਲਾਨਾ ਇੰਡੀਆ ਤੋਂ ਆ ਰਿਹਾ, ਉਹਨੂੰ ਕਹਿ ਦਾਂਗੇ ਆਪਣੇ ਜੁਐਲਰ ਤੋਂ ਵੀ ਕਿੱਥੇ ਕਹਿੰਦੇ ਹੋਏ ਸ਼ਰਮ ਆਉਂਦੀ ਹੈ ਕਿ ਅਸੀਂ ਲੈਣ ਦੇਣ ਦੀਆਂ ਵੀ ਕਰਨੀਆਂ ਨੇ ਐਂਡ ਆਲ ਦੈਟ। ਉਹ ਸਾਰਾ ਕੁਝ ਕੀ ਆਪਾਂ ਰੈਡੀ ਕਰ ਦਿੰਦੇ ਆ, ਕਿਉਂਕਿ ਐਂ ਤਾਂ ਨਹੀਂ ਵੀ ਹੁਣ ਪਿੱਛੋਂ ਮੰਗਾਉਣ ਦੀ ਲੋੜ ਪਵੇ, ਕਿਉਂਕਿ ਇੱਥੇ ਅੱਗੇ ਜਦੋਂ ਗੱਲਾਂ ਕਰਦੇ ਹੁੰਦੇ ਸੀ ਵੀ ਕੈਨੇਡਾ 'ਚ ਕੀ ਮਿਲਦਾ ਆ, ਇੰਡੀਆ ਤੋਂ ਕੁਝ ਲਿਆਉਣਾ ਪੈਣਾ ਆ। ਸੋ ਜੁਐਲਰੀ ਦੇ ਮਾਮਲੇ ਦੇ ਵਿੱਚ ਵੀ ਕੁਝ ਇਹੋ ਜਿਹਾ ਤਾਂ ਨਹੀਂ ਹੈ ਕਿ ਸਾਨੂੰ ਕੁਝ ਇੰਡੀਆ ਤੋਂ ਲਿਆਉਣ ਦੀ ਲੋੜ। I had a very great discussion with one of the top, media person as well in the last week, and just ਕਿਸੇ ਹੋਰ ਟੀਵੀ ਸ਼ੋਅ ਤੇ ਟਾਕ ਸ਼ੋਅ ਹੋ ਰਿਹਾ ਸੀ। ਉਹਦੇ ਵਿੱਚ ਵੀ ਮੈਂ ਦਰਸ਼ਕਾਂ ਨੂੰ ਇਹ ਥੋੜ੍ਹੀ ਜਿਹੀ ਨੌਲੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਕੋਲੋਂ ਕੋਈ ਪਿੰਨੀਆਂ ਮੰਗਾਉਂਦਾ ਨਾ ਤਾਂ ਲੈ ਆਓ। ਤੁਹਾਡੇ ਕੋਲੋਂ ਕੋਈ ਤੁਹਾਡਾ ਆਪਣਾ ਯਾਰ ਦੋਸਤ ਮਿੱਤਰ ਕੋਈ ਅੱਜ ਕੱਲ੍ਹ ਚਾਦਰਾਂ ਵੀ ਮੰਗਾਉਂਦੇ ਆ ਕਿ ਕੈਨੇਡਾ ਹੈ ਨਾ, ਚਾਦਰਾਂ ਮੰਗਾ ਲਓ, ਪਿੰਨੀਆਂ ਮੰਗਾ ਲਓ। ਅਸੀਂ ਵੀ ਬਿਲੋਂਗ ਟੂ ਕਲੋਜ਼ ਟੂ ਕੋਟਕਪੂਰਾ ਸ਼ਹਿਰ ਹੈ ਨਾ, ਟੋਡਾ ਮੰਗਾ ਲਓ। ਅਤੇ ਪਰ ਸੋਨਾ ਨਾ ਮੰਗਾਓ, ਨਾ ਸੋਨਾ ਲੈ ਕੇ ਆਓ, ਕਿਸੇ ਦਾ ਸੋਨਾ ਨਾ ਚੱਕੋ। ਯੂ ਕੈਨ ਬੀ ਇਨ ਟੂ ਦਾ ਟਰਬਲ ਹੈ ਜੀ, ਕਿਉਂਕਿ ਜਿੰਨਾ ਤੁਹਾਡੇ ਕੋਲ ਸੋਨਾ ਨਿਕਲਿਆ ਯੂ ਹੈਵ ਟੂ ਡਿਕਲੇਅਰ ਇਟ। ਉਹ 'ਤੇ ਕਸਟਮ ਵੀ ਤੁਹਾਨੂੰ 100% ਪੈ ਸਕਦਾ, ਪੈਨਲਟੀ ਪੈ ਸਕਦੀ ਆ। ਜਿਨ੍ਹਾਂ ਲੋਕਾਂ ਦੇ ਸਿਰ 'ਤੇ ਪਈਆਂ ਉਹ ਦੱਸਦੇ ਨਹੀਂ ਕਦੇ ਵੀ, ਉਹ ਸਿਰਫ ਤੁਹਾਨੂੰ ਇਹ ਹੱਲਾਸ਼ੇਰੀ ਦਿੰਦੇ, ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ, ਚੱਕ ਲਿਆਓ। ਪਰ ਦਿਸ ਇਜ਼ ਰੋਂਗ। ਤੁਸੀਂ ਕਦੇ ਵੀ ਇੰਡੀਆ ਤੋਂ ਸੋਨਾ ਬਲਕ ਦੇ ਵਿੱਚ ਨਾ ਲੈ ਕੇ ਆਓ, ਉਹ ਵੀ ਕਿਸੇ ਦਾ ਹੈ ਨਾ ਜੀ। ਉਹਨਾਂ ਨੂੰ ਕਹੋ ਜੀ ਤੁਸੀਂ ਮੰਗਾਉਣਾ ਤਾਂ ਆਪਣੇ ਆਪ ਸ਼ਿਪਮੈਂਟ ਕਰਾਓ, ਇੱਕ ਕਸਟਮ ਦੇ ਜ਼ਰੀਏ ਆਵੇ, ਦੈਨ ਇਟਸ ਓਕੇ। ਪਰ ਜੇ ਤੁਸੀਂ ਕਹਿੰਦੇ ਬੈਗ 'ਚ ਪਾ ਕੇ ਮੈਂ 10 ਤੋਲੇ ਲਿਆਵਾਂ, ਵੈਰੀ ਰੋਂਗ, ਕਦੇ ਵੀ ਨਾ ਇਹ ਕਰੋ। ਅਸੀਂ ਕਰਨਾ ਹੀ ਕਿਉਂ? ਹੁਣ ਪਹਿਲਾਂ ਜ਼ਮਾਨੇ ਸੀ ਜਦੋਂ ਕੁਛ ਵੀ ਨਹੀਂ ਸੀ ਮਿਲਦਾ ਇੱਥੇ, ਕਿ ਉਦੋਂ ਅਸੀਂ ਆਪਣੀਆਂ ਜਿਹੜੀਆਂ ਸਾਡੀ ਬੇਦਿੰਗ ਸੋਪ ਸੀਗੀਆਂ, ਲਕਸ ਦੀਆਂ ਟਿੱਕੀਆਂ ਤੋਂ ਲੈ ਕੇ ਅਤੇ ਅਸੀਂ ਅਚਾਰਾਂ ਤੋਂ ਲੈ ਕੇ ਬਹੁਤ ਕੁਛ ਢੋਇਆ ਇੰਡੀਆ ਤੋਂ, ਸਾਡੇ ਮਸਾਲੇ ਵਗੈਰਾ ਸਾਰਾ ਕੁਛ ਢੋਂਦੇ ਰਹੇ ਹਾਂ। ਪਰ ਹੁਣ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਸਾਡਾ ਪੰਜਾਬੀ ਭਾਈਚਾਰਾ ਹੀ ਇੰਨਾ ਪ੍ਰਫੁੱਲਿਤ ਹੋ ਚੁੱਕਿਆ ਜੀ, ਇੱਥੇ ਇੰਨੇ ਕਸਟਮਰਸ, ਇੱਥੇ ਇੰਨੇ ਬਿਜ਼ਨਸਿਸ ਖੁੱਲ੍ਹ ਗਏ ਨੇ ਕਿ ਤੁਸੀਂ ਕੁਝ ਵੀ ਲਓ ਇੱਥੇ। ਮੈਨੂੰ ਤਾਂ ਫਰਕ ਨਹੀਂ ਲੱਗਦਾ ਕਿ ਇੱਥੇ ਕੋਈ ਇੰਡੀਆ ਵਰਗੀ ਇਹੋ ਜਿਹੀ ਚੀਜ਼ ਹੈ। ਗੰਨੇ ਦੇ ਰਸ ਤੋਂ ਲੈ ਕੇ ਉਹਨਾਂ ਨੇ ਛੋਲੇ ਪੂਰੀਆਂ ਤੋਂ ਲੈ ਕੇ ਐਵਰੀਥਿੰਗ ਇਜ਼ ਅਵੇਲੇਬਲ। ਉੱਥੋਂ ਦੇ ਗੋਲਡ ਅਤੇ ਇੱਥੋਂ ਦੇ ਮਾਸਟਰ ਜੁਐਲਰਸ ਦੇ ਗੋਲਡ ਦੇ ਵਿੱਚ ਕੀ ਫਰਕ ਹੈਗਾ ਜਦੋਂ ਪਿਓਰਟੀ ਦੀ ਗੱਲ ਆਉਂਦੀ ਹੈ, ਕਿਉਂਕਿ ਇੱਕ ਵਿਸ਼ਵਾਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ। ਹਾਂਜੀ, ਜਿੰਨੇ ਵੀ ਇੱਥੇ ਬਿਜ਼ਨਸਿਸ ਨੇ ਕੈਨੇਡਾ ਦੇ ਵਿੱਚ ਲੀਗਲਾਈਜ਼ਡ ਬਿਜ਼ਨਸ ਨੇ, ਸਾਰੇ ਮਿਨਿਸਟਰੀ ਦੇ ਅੰਡਰ ਆਉਂਦੇ ਨੇ। ਕਿ ਜੇ ਅਸੀਂ ਕਹਿ ਰਹੇ ਹਾਂ ਕਿ ਅਸੀਂ 22 ਕੈਰੇਟ ਆ, ਨਾਲ ਉਹਦੇ ਸਰਟੀਫਿਕੇਟ ਵੀ ਦਿੰਦੇ ਹਾਂ ਕਿ ਹਾਂਜੀ ਇਹ ਸਾਡਾ ਗੋਲਡ 22 ਕੈਰੇਟ ਹੀ ਆ, ਇਸ ਤੋਂ ਥੱਲੇ ਕੁਝ ਵੀ ਨਹੀਂ ਹੈ। ਅਤੇ ਉਹਦੀ ਅਗਰ ਤੁਸੀਂ ਰੱਬ ਨਾ ਕਰੇ ਜੇ ਤੁਹਾਨੂੰ ਕੋਈ ਹੁੰਦਾ ਵੀ ਹਾਂਜੀ ਸ਼ੱਕ ਹੁੰਦਾ ਕਿ ਹਾਂਜੀ ਇਹ ਨਹੀਂ ਲੱਗਦਾ ਮੈਨੂੰ 22 ਕੈਰੇਟ ਹੈਗਾ, ਦੇयर ਇਜ਼ ਅ ਬਿਗ ਐਕਸ਼ਨ ਔਨ ਦੈਟ ਵਨ। ਅਤੇ ਇਟਸ ਬੈਟਰ ਹੈ ਕਿ ਅਸੀਂ ਗੋਲਡ ਉੱਥੋਂ ਲਈਏ ਜਿੱਥੇ ਸਾਨੂੰ ਵਿਸ਼ਵਾਸ ਹੈ। ਇੰਡੀਆ ਦੇ ਵਿੱਚ ਤੁਸੀਂ ਮੰਗਾ ਲਓਗੇ, ਬੁਲਾ ਲਓਗੇ, ਅਤੇ ਬਟ ਪੁਆਇੰਟ ਇਜ਼ ਦਿਸ ਥਿੰਗ ਕਿ ਔਥੈਂਟਿਸਿਟੀ ਕਿੱਥੇ ਗਈ? ਔਥੈਂਟਿਸਿਟੀ ਹੈ ਨਾ ਜੀ। ਵੀ ਆਰ ਲਾਇਬਲ ਵਟ ਐਵਰ ਵੀ ਆਰ ਗਿਵਿੰਗ, ਕਿ ਅਸੀਂ ਜੇ 22 ਕੈਰੇਟ ਕਰ ਰਹੇ ਹਾਂ ਤਾਂ 22 ਕੈਰੇਟ ਹੀ ਹੋਏਗਾ। ਮਾਸਟਰ ਜੁਐਲਰਸ ਤੋਂ ਅਸੀਂ ਕੁਝ ਬਾਏ ਕੀਤਾ ਅਤੇ ਉਸ ਤੋਂ ਬਾਅਦ ਸਾਲ 2 ਸਾਲ ਬਾਅਦ ਸਾਡਾ ਮਨ ਕਰ ਰਿਹਾ ਕਿ ਡਿਜ਼ਾਈਨ ਹੁਣ ਚੇਂਜ ਕਰ ਦਈਏ, ਅਤੇ ਉਸ ਤੋਂ ਬਾਅਦ ਅਸੀਂ ਲੈ ਕੇ ਆ ਰਹੇ ਹਾਂ ਜੁਐਲਰੀ ਵਾਪਸ ਕਰਨ ਦੇ ਲਈ। ਅਤੇ ਉਹੀ ਪੁੱਛਣ ਲੱਗੀ ਸੀ ਕੋਈ ਕਾਰਡ ਤਾਂ ਨਹੀਂ ਕੱਟਿਆ? ਕੋਈ ਕਾਰਡ ਨਹੀਂ, ਤੁਸੀਂ ਜਿੰਨਾ ਗੋਲਡ ਲੈਂਦੇ ਹੋ। ਈਵਨ ਕਿ ਹੁਣ ਕਈ ਇੱਥੇ ਕੁਐਸਚਨ ਕਰਦੇ ਨੇ ਕਿ ਸਾਨੂੰ ਨਾ ਕਈ ਲੇਡੀਜ਼ ਆਉਂਦੇ ਨੇ ਕਿ ਵੀਰ ਜੀ ਸਾਨੂੰ ਨਾ ਨਗਾਂ ਵਾਲੇ ਬਹੁਤ ਸੋਹਣੀ ਚੀਜ਼ ਲੱਗੀ, ਨਗਾਂ ਵਾਲੀ ਮੁੰਦਰੀ ਮੈਨੂੰ ਬਹੁਤ ਸੋਹਣੀ ਲੱਗੀ, ਨਗਾਂ ਵਾਲੇ ਮੈਨੂੰ ਉਹ ਵਾਲੀਆਂ ਬਹੁਤ ਸੋਹਣੀਆਂ ਲੱਗੀਆਂ, ਪਰ ਨਾ ਮੈਂ ਤਾਂ ਨਹੀਂ ਲੈਣਾ ਵੀ ਜਦੋਂ ਵਾਪਸ ਕਰੂੰਗੀ ਨਾ ਤੇ ਨੱਕ ਕੱਢ ਲੈਣੇ ਆ, ਨੱਕ ਕੱਢ ਕੇ ਤੁਸੀਂ। ਪਰ ਆਈ ਵਾਂਟ ਟੂ ਕਲੈਰੀਫਾਈ, ਇੱਥੇ ਜੇ ਅਸੀਂ ਨਗ ਦਿੰਦੇ ਹਾਂ ਨਾਲ ਅਤੇ ਨਗ ਵਾਪਸ ਵੀ ਉਵੇਂ ਹੀ ਲੈਂਦੇ ਹਾਂ। ਜੇ ਸੋਨੇ ਦੇ ਭਾਅ 'ਚ ਨਗ ਤੁਹਾਨੂੰ ਮਿਲਦੇ ਪਏ ਤਾਂ ਸੋਨੇ ਦੇ ਭਾਅ 'ਚ ਹੀ ਵਾਪਸ ਵੀ ਲਵਾਂਗੇ। ਸੋ ਉਹਦੇ ਵਿੱਚ ਵਰੀ ਕਰਨ ਦੀ ਕੋਈ ਗੱਲ ਨਹੀਂ ਹੈ ਜੀ। ਜੇਕਰ ਕੋਈ ਕਿਸੇ ਨੂੰ ਕੁਝ ਗਿਫਟ ਕਰਨਾ ਚਾਹੁੰਦਾ ਆ, ਅਤੇ ਜਿਵੇਂ ਅੱਜ ਕੱਲ੍ਹ ਸਭ ਨੂੰ ਪਤਾ ਕਿ ਬਹੁਤ ਸਾਰਿਆਂ ਦੇ ਓਵਰਸੀਜ਼ ਰਿਲੇਸ਼ਨਸ ਹੈਗੇ ਨੇ, ਰਿਲੇਟਿਵਸ ਹੈਗੇ ਨੇ, ਸੋ ਕੁਝ ਗਿਫਟ ਕਰਨਾ ਚਾਹੁੰਦਾ ਆ, ਕੁਝ ਆਪਸ਼ਨਸ ਕਿ ਕਿਸ ਤਰੀਕੇ ਨਾਲ ਕੋਈ ਸ਼ਿਪਿੰਗ ਵਗੈਰਾ ਦੇ ਆਪਸ਼ਨਸ ਹੋਣ ਤੁਹਾਡੇ? ਡੈਫੀਨੇਟਲੀ ਸਾਨੂੰ ਤੁਸੀਂ WhatsApp 'ਤੇ ਵੀਡੀਓ ਕਾਲ ਕਰਕੇ ਤੁਸੀਂ ਆਪਣੀ ਸਿਲੈਕਸ਼ਨ ਕਰ ਸਕਦੇ ਹੋ ਦੋਨੋਂ ਸਟੋਰਸ ਦੇ ਉੱਪਰ। ਅਦਰ ਦੈਨ ਦਿਸ ਵੀ ਵੁਡ ਡੂ ਗਿਵ ਦ ਸ਼ਿਪਮੈਂਟ ਵਰਲਡ ਵਾਈਡ। ਸੋ ਉਹਦੇ ਵਿੱਚ ਵਰਲਡ ਵਾਈਡ ਸ਼ਿਪਮੈਂਟ ਜਾਂਦੀ ਹੈ ਸਾਡੀ, ਕਿਸੇ ਵੀ ਸ਼ਹਿਰ, ਕਿਸੇ ਵੀ ਕੋਨੇ 'ਚ, ਕਿਸੇ ਵੀ ਪਿੰਡ। ਤੁਸੀਂ ਆਪਣੇ ਦੋਸਤਾਂ ਨੂੰ, ਆਪਣੇ ਫਰੈਂਡਸ ਨੂੰ, ਵੈਸੇ ਫਰੈਂਡਸ ਨੂੰ ਤਾਂ ਘੱਟ ਹੀ ਗੋਲਡ ਗਿਫਟ ਕੀਤਾ ਜਾਂਦਾ ਵੈਸੇ, ਪਰ ਆਪਣੇ ਪਿਆਰਿਆਂ ਨੂੰ ਆਈ ਮੀਨ ਟੂ ਸੇ ਕਲੋਜ਼ ਰਿਸ਼ਤਿਆਂ ਨੂੰ ਜਦੋਂ ਤੁਸੀਂ ਸੋਨਾ ਭੇਜਣਾ ਚਾਹੁੰਦੇ ਆ, ਮੋਮ ਨੂੰ, ਡੈਡ ਨੂੰ, ਮਾਂ ਬਾਪ ਨੂੰ, ਭੈਣ ਭਰਾ ਨੂੰ, ਅਤੇ ਡੈਫੀਨੇਟਲੀ ਸਾਨੂੰ ਪਲੀਜ਼ ਯਾਦ ਰੱਖੋ ਅਤੇ ਬੈਸਟ ਸਰਵਿਸਿਜ਼ ਦੇਵਾਂਗੇ ਜੀ।
ਮਿਨੀਮਮ ਟੂ ਮੈਕਸਿਮਮ ਜੇਕਰ ਕੋਈ ਡਿਜ਼ਾਈਨ ਲੈ ਕੇ ਆਉਂਦਾ ਕਿੰਨਾ ਟਾਈਮ ਲੱਗਦਾ ਉਹਨੂੰ ਰੈਡੀ ਕਰਕੇ ਵਾਪਸ ਉਹਨਾਂ ਦੇ ਹਵਾਲੇ ਕਰਨ 'ਚ? ਹਾਂਜੀ, ਇਹ ਡਿਪੈਂਡ ਕਰਦਾ ਕਿ ਕਿੰਨਾ ਕੁ ਕੰਪਲੈਕਸ ਡਿਜ਼ਾਈਨ ਹੈਗਾ ਜੀ। ਅਸੀਂ ਪੂਰੀ ਤਹਿ ਤੱਕ ਜਾਂਦੇ ਉਸ ਚੀਜ਼ ਦੇ ਕਿ ਉਹ ਜੋ ਕਸਟਮਰ ਨੇ ਮੰਗਿਆ ਉਹੀ ਦੇ ਸਕੀਏ ਤਾਂ ਕਿ ਉਹਨਾਂ ਦਾ ਮਨ ਵੀ ਖੁਸ਼ ਹੋਵੇ। ਇਹ ਬਿਜ਼ਨਸ ਸੋਨਾ ਦਾ ਬਿਜ਼ਨਸ ਹੀ ਕਹਿੰਦੇ ਵੀ ਖੁਸ਼ੀ ਦਾ ਬਿਜ਼ਨਸ ਆ। ਜੇ ਘਰ ਕੋਈ ਨਵਾਂ ਜੀ ਆਇਆ ਉਦੋਂ ਵੀ ਖੁਸ਼ੀ ਹੁੰਦੀ ਹੈ ਅਤੇ ਬੰਦਾ ਸੋਨਾ ਲੈਣ ਭੱਜਦਾ। ਪਹਿਲੀ ਚੀਜ਼ ਹੈ ਨਾ ਵੀ ਮੈਂ ਗੋਲਡ ਦੀ ਚੀਜ਼ ਪਾਉਣੀ ਹੈ। ਸੋ ਇਹ ਆਪਦੇ ਆਪ ਵਿੱਚ ਹੀ ਇੱਕ ਖੁਸ਼ੀ ਦਾ ਇਜ਼ਹਾਰ ਹੈਗਾ ਜਦੋਂ ਅਸੀਂ ਕਿਸੇ ਨੂੰ ਸੋਨਾ ਗਿਫਟ ਕਰ ਦਿੰਦੇ ਹਾਂ। ਸੋ ਅਸੀਂ ਕੋਸ਼ਿਸ਼ ਹੁੰਦੀ ਹੈ ਕਿ ਜੇ ਕਿਸੇ ਦੀ ਓਕੇਜ਼ਨ ਆ ਰਹੀ ਹੈ ਇੱਦਾਂ ਦੀ ਤਾਂ ਅਸੀਂ ਵੀ ਟਰਾਈ ਆਵਰ ਲੈਵਲ ਬੈਸਟ ਟੂ ਮੀਟ ਦੇਅਰ ਐਸਟੀਮੇਟਡ ਟਾਈਮ ਕਿ 1 ਵੀਕ ਦੇ ਅੰਦਰ ਵੀ 2 ਵੀਕ 3 ਵੀਕ ਮੈਕਸੀਮਮ 4 ਵੀਕ। ਜੇ ਕੋਈ ਬਾਹਰ ਕੋਈ ਜ਼ਿਆਦਾ ਵੱਡਾ ਆਰਡਰ ਹੈ ਕਿ ਰਾਣੀ ਹਾਰ ਬਣਾਉਣਾ ਜਾਂ ਫਿਰ ਇੱਦਾਂ ਦਾ ਕਸਟਮਾਈਜ਼ ਕਰਨਾ ਉਹਨੂੰ 3 to 4 ਵੀਕਸ ਲੱਗ ਜਾਂਦੇ ਨੇ। ਅਤੇ ਅਦਰਵਾਈਜ਼ ਵੀ ਵਿਲ ਮੇਕ ਇਟ ਰੈਡੀ। ਜਿਵੇਂ ਹੁਣ ਨਾਮ ਕੱਟ ਪੈਂਡੈਂਟ ਚੱਲ ਰਹੇ ਨੇ, ਆਪਣਾ ਨਾਮ ਬੱਚੇ ਦਾ ਉਹ ਕਹਿੰਦੇ ਗਲੇ 'ਚ ਪਾਉਣਾ ਜਾਂ ਮੋਮ ਡੈਡ ਦਾ ਨਾਮ ਪਾਉਣਾ, ਤਾਂ ਉਹ ਅਸੀਂ ਵਿਦਿਨ 2 to 3 ਡੇਜ਼ ਹੀ ਤਿਆਰ ਕਰ ਦਿੰਦੇ ਹਾਂ ਜੀ। ਜਵੈਲਰੀ ਦੇ ਉੱਤੇ ਵੀ ਨਾਮ ਲਿਖਵਾਉਂਦੇ ਹੁੰਦੇ ਆ, ਉਹ ਵੀ ਸਾਰਾ ਕੁਝ? ਨੇਮ ਇਨਗਰੇਵਿੰਗ, ਨੇਮ ਕਟਿੰਗ ਦੇ ਵਿੱਚ ਤੁਸੀਂ ਕੜੇ ਲੈਣੇ ਆ ਅਤੇ ਉਹ ਡੈਫੀਨੇਟਲੀ ਅਸੀਂ ਵਿਦਿਨ 2 to 3 ਡੇਜ਼ ਹੀ ਤਿਆਰ ਕਰਵਾ ਦਿੰਦੇ ਹਾਂ ਜੀ। ਆਪਾਂ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਨੀ ਸੀ ਤੁਸੀਂ ਇੱਕ ਮੈਨੂੰ ਦੱਸੀ ਸੀ ਕਹਾਵਤ, ਉਹਦੇ ਬਾਰੇ ਸੁਣਿਆ ਤਾਂ ਮੈਂ ਬਹੁਤ ਆ। ਮੈਂ ਜਾਣਨਾ ਚਾਹੁੰਦੀ ਹਾਂ ਕਿ ਉਹਦਾ ਮਤਲਬ ਕੀ ਹੈ, ਸੋਨੇ ਤੇ ਸੁਹਾਗਾ। ਇਹਦਾ ਕੀ ਕੋਈ ਗੋਲਡ ਨਾਲ ਰਿਲੇਸ਼ਨ ਹੈ? ਬਹੁਤੇ ਲੋਕਾਂ ਨੂੰ ਵੈਸੇ ਪਤਾ ਨਹੀਂ ਹੁੰਦਾ ਵੀ ਵਟ ਇਜ਼ ਸੋਨੇ ਤੇ ਸੁਹਾਗਾ, ਹੈ ਨਾ। ਵੈਸੇ ਤੁਹਾਨੂੰ ਪਤਾ? ਮੈਨੂੰ ਨਹੀਂ ਪਤਾ। ਮੈਂ ਆਪਣੇ ਕੈਮਰਾਮੈਨ ਨਾਲ ਡਿਸਕਸ ਕਰ ਰਹੀ ਸੀ ਕਿ ਸੋਨੇ ਤੇ ਸੁਹਾਗਾ ਦਾ ਮਤਲਬ ਕੀ ਹੋ ਸਕਦਾ। ਸੁਣਿਆ ਬਹੁਤ ਹੈ। ਅੱਛਾ, ਸੋਨੇ ਤੇ ਸੁਹਾਗਾ ਵੈਸੇ ਇਟ ਸ਼ੁੱਡ ਬੀ ਕੁਐਸਚਨ ਟੂ ਦ ਆਡੀਅੰਸ ਐਜ਼ ਵੈਲ ਕਿ ਸੋਨੇ ਤੇ ਸੁਹਾਗਾ ਕੀ ਹੁੰਦਾ। ਮੋਸਟਲੀ ਲੋਕਾਂ ਨੂੰ ਨਹੀਂ ਪਤਾ ਹੋਏਗਾ। ਅਸੀਂ ਬਹੁਤ ਵਾਰੀ ਸੁਣਿਆ ਕਿ ਆਹ ਕੰਮ ਹੋ ਜੇ ਤਾਂ ਸੋਨੇ ਤੇ ਸੁਹਾਗਾ ਹੋ ਜੇ, ਆਹ ਕੰਮ ਹੋ ਜੇ ਤਾਂ ਇਹਦਾ ਮਤਲਬ ਸੋਨੇ ਤੇ ਸੁਹਾਗਾ ਹੀ ਆ। ਜਿਵੇਂ ਅੱਜ ਅਸੀਂ ਹੁਣ ਆਪਾਂ ਐਡ ਕਰਦੇ ਪਏ ਹਾਂ ਅਤੇ ਹੁਣ ਐਡ ਸੁਣ ਕੇ ਸਾਰੇ ਕਸਟਮਰ ਆ ਜਾਣ ਨਾ ਤਾਂ ਸਾਡੇ ਲਈ ਸੋਨੇ ਤੇ ਸੁਹਾਗਾ ਹੋ ਜੇ, ਹੈ ਨਾ ਜੀ। ਇਹੀ ਗੱਲ ਹੈ। ਸੋਨੇ ਤੇ ਸੁਹਾਗਾ ਕੀ ਹੈ? ਸੁਹਾਗਾ ਇਜ਼ ਏ ਪਾਊਡਰ। ਇਹ ਬਿਲਕੁਲ ਵਾਈਟ ਜੇ ਕਲਰ ਦਾ ਇੱਕ ਪਾਊਡਰ ਹੁੰਦਾ ਜੀ। ਸੋਨੇ ਤੇ ਸੁਹਾਗਾ ਸਿਰਫ ਇੱਕੋ ਵਾਰੀ ਕੰਮ ਆਉਂਦਾ ਜਦੋਂ ਸੋਨੇ ਨੂੰ ਢਾਲਿਆ ਜਾਂਦਾ। ਇੱਕ ਮੈਂ ਵੀਡੀਓ ਸ਼ੇਅਰ ਕੀਤੀ ਟਿਕਟੋਕ 'ਤੇ, ਕਾਫੀ ਕਸਟਮਰਸ ਸਾਡੇ ਨਾਲ ਜੁੜੇ ਹੋਏ ਨੇ, ਹੈ ਨਾ ਜੀ, ਉੱਥੇ ਟਿਕਟੋਕ 'ਤੇ ਵੀ। ਅਤੇ ਉਹਦੇ ਵਿੱਚ ਮੈਂ ਦੱਸਿਆ ਸੀ ਕਿ ਸੋਨੇ ਤੇ ਸੁਹਾਗੇ ਦਾ ਮਤਲਬ ਕੀ ਹੈ। ਅਤੇ ਮੈਂ ਕਸਟਮਰਸ ਨੂੰ ਕਹੂੰਗਾ ਕਿ ਜੇ ਤੁਸੀਂ ਟਿਕਟੋਕ ਚਲਾਉਣੇ ਹੋਣ ਅਤੇ ਮਾਸਟਰ ਜੁਐਲਰ ਸਰਚ ਕਰੋ, masterjewellers.ca। ਉਹਦੇ 'ਤੇ ਮੈਂ ਇੱਕ ਆਨਸਰ ਦਿੱਤਾ ਹੋਇਆ। ਬਹੁਤ ਸੋਹਣੀ ਵੀਡੀਓ ਆ, ਉਹ ਤੁਹਾਡੀ ਜ਼ਿੰਦਗੀ ਦੇ ਨਾਲ ਵੀ ਰਿਲੇਟਡ ਆ। ਆਪਣੇ ਬੱਚਿਆਂ ਨੂੰ ਵੀ ਦਿਖਾਓ, ਆਈ ਵੁੱਡ ਸੇ, ਕਿ ਸੋਨੇ ਤੇ ਸੁਹਾਗੇ ਦਾ ਮਤਲਬ ਕੀ ਹੈ ਜੀ। ਵਿਸਾਖੀ ਆ ਰਹੀ ਹੈ ਹੁਣ ਇਸ ਵਕਤ। ਵਿਸਾਖੀ ਦੇ ਮੌਕੇ 'ਤੇ ਕੋਈ ਖਾਸ ਆਫਰਸ ਵਗੈਰਾ? ਵਿਸਾਖੀ ਦੇ ਮੌਕੇ 'ਤੇ ਮਤਲਬ ਬਹੁਤ ਅਸੀਂ ਛੋਟੇ ਹਾਂ ਜੀ ਕੁਛ ਆਫਰ ਦੇਣ ਵਾਸਤੇ। ਸੱਚੀ ਸਾਡਾ ਸਿਰ ਝੁਕਦਾ ਗੁਰੂ ਮਹਾਰਾਜ ਅੱਗੇ ਕਿ ਹਮੇਸ਼ਾ ਹੀ ਵਿਸਾਖੀ ਵਾਸਤੇ ਦਿਲ ਖੁੱਲ੍ਹੇ ਨੇ। ਜਦੋਂ ਮੈਂ ਇੱਥੇ ਆ ਕੇ ਨਾ, ਵੈਸੇ ਤਰਨ ਜੀ, ਇੱਕ ਆਈ ਵੁੱਡ ਲਾਈਕ ਟੂ ਸੇ, ਮੈਂ ਜ਼ਿੰਦਗੀ ਦੀ ਜਦੋਂ ਸ਼ੁਰੂਆਤ ਕੀਤੀ ਨਾ ਸਟਰਗਲਿੰਗ ਡੇ ਦੇ ਵਿੱਚ ਸੀ ਅਤੇ ਆਈ ਵਾਜ਼ ਹੈਵਿੰਗ ਅਨਦਰ ਕੰਪਨੀ ਕਾਰਪੋਰੇਸ਼ਨਸ ਐਜ਼ ਵੈਲ। ਅਤੇ ਵਿਸਾਖੀ ਆ ਗਈ ਅਤੇ ਤੁਹਾਨੂੰ ਜਦੋਂ ਕਹਿੰਦੇ ਤੁਹਾਨੂੰ ਨਵਾਂ ਜਦੋਂ ਤੁਹਾਨੂੰ ਲੱਗਦਾ ਵੀ ਮੈਂ ਸਕਸੈਸ ਪ੍ਰਾਪਤ ਕਰ ਲਈ ਆ ਜਾਂ ਥੋੜ੍ਹਾ ਜਿਹਾ ਮੈਂ ਕਰ ਲੂੰਗਾ ਹੁਣ, ਵੀ ਹੁਣ ਜ਼ਿੰਦਗੀ ਦੀ ਖੇਡ ਹੱਥ 'ਚ ਆਉਣ ਵਾਲੀ ਆ। ਵਿਸਾਖੀ ਆਈ, ਨਗਰ ਕੀਰਤਨ ਸ਼ੁਰੂ ਹੋਣਾ ਸੀ ਅਤੇ ਮੈਂ ਇੱਥੇ ਸੁਣਿਆ ਸੀ ਵੀ ਨਗਰ ਕੀਰਤਨ ਬਹੁਤ ਵੱਡਾ ਹੁੰਦਾ ਅਤੇ ਮਾਈ ਵਾਈਫ ਵਾਜ਼ ਹੇਅਰ। ਅਸੀਂ ਸ਼ੀ ਵਾਜ਼ ਆਲਸੋ ਨਿਊ। ਮੈਂ ਕਿਹਾ ਵੀ ਅਸੀਂ ਨਾ ਇੱਕ ਸਟਾਲ ਲਾਉਣੀ ਆ। ਬੰਦੇ ਦੇ ਮਨ 'ਚ ਇਹ ਹੁੰਦਾ ਕਿ ਮੈਂ ਜੇ ਸਟਾਲ ਲਾਊਂਗਾ ਨਾ ਤਾਂ ਐਡਵਰਟਾਈਜ਼ਮੈਂਟ ਹੋਊਗੀ ਉੱਥੇ ਨਾ। ਵੀ ਜਿਵੇਂ ਮੈਂ ਵੀ ਸੋਚਦਾ ਸੀ ਵੀ ਮੈਂ ਨਾ ਨਗਰ ਕੀਰਤਨ 'ਤੇ ਐਂ ਸਟਾਲ ਲਾਉਣੀ ਹੈ, ਵੀ ਮਤਲਬ ਮੈਂ ਇੱਕ ਸਟਾਲ ਸੰਗਤ ਨੂੰ ਕੁਛ ਵੀ ਛਕਾਈਏ। ਪਰ ਮਨ ਦੇ ਵਿੱਚ ਇੱਕ ਇੱਛਾ ਕਿ ਮੈਂ ਉਹਦਾ ਬੈਨਰ ਲਾਉਣਾ, ਕੰਪਨੀ ਦਾ ਬੈਨਰ ਲਾਊਂਗਾ ਅਤੇ ਉਹਦੇ ਨਾਲ ਐਡਵਰਟਾਈਜ਼ਮੈਂਟ ਵੀ ਹੋ ਜਾਊਗੀ ਅਤੇ ਨਾਲੇ ਜਿਹੜੇ ਮਨ ਦੀ ਉਹ ਵੀ ਸੰਪੂਰਨ ਹੋ ਜਾਊ। ਅਸੀਂ ਗੁਰਦੁਆਰਾ ਸਾਹਿਬ ਗਏ ਜਿੱਥੋਂ ਦੇ ਪ੍ਰਬੰਧਕ ਸੀ ਅਤੇ ਲਾਸਟ ਹੀ ਦਿਨ ਸੀ ਉਹ ਦਿਨ। ਸਾਡੀ ਤਿਆਰੀ ਵੀ ਬਹੁਤੀ ਨਹੀਂ ਸੀ ਅਤੇ ਮੈਂ ਉੱਥੇ ਜਾ ਕੇ ਬੜੀਆਂ ਮੈਂ ਬੇਨਤੀਆਂ ਕੀਤੀਆਂ। ਮੈਂ ਕਿਹਾ ਭਾਜੀ ਇੱਧਰ ਉੱਧਰ ਭੱਜਿਆ ਵੀ ਅਤੇ ਲੋਕਾਂ ਨੇ ਮੈਨੂੰ ਭੱਜਦੇ ਦੇਖਿਆ ਵੀ ਉੱਥੇ ਵੀ ਇਹ ਬੱਚਾ ਕਿੰਨਾ ਤਤਪਰ ਆ ਵੀ ਇਹਦਾ ਬੋਰਡ ਲੱਗ ਜੇ। ਅਤੇ ਸਿਆਣੇ ਬਜ਼ੁਰਗ ਕਹਿੰਦੇ ਸੀ, ਉੱਥੇ ਬੈਠੇ ਸੀ, ਉਹ ਕਹਿੰਦੇ ਕਾਕਾ ਗੱਲ ਸੁਣ ਮੇਰੀ। ਮੈਂ ਕਿਹਾ ਹਾਂਜੀ। ਕਹਿੰਦੇ ਤੂੰ ਬੋਰਡ ਲਾ ਕੇ ਦਿਖਾਉਣਾ ਕਿਹਨੂੰ ਆ? ਉਹ ਕਹਿੰਦੇ ਜਿਹਨੇ ਦੇਖਣਾ ਨਾ ਤੇਰਾ ਬੋਰਡ ਉਹਨੇ ਤੇਰੀ ਸੇਵਾ ਦੇਖ ਲੈਣੀ ਆ ਅਤੇ ਇਹੋ ਜਿਹੇ ਬੋਰਡ ਕਈ ਲੱਗ ਜਾਣੇ ਆ, ਮਹਾਰਾਜ ਦੀ ਕਿਰਪਾ ਹੋ ਜਾਣੀ ਆ ਅਤੇ ਤੂੰ ਸਿਰਫ ਇੱਕ ਗੱਲ ਵੱਲ ਧਿਆਨ ਦੇ ਵੀ ਤੂੰ ਸਿਰਫ ਸੰਗਤਾਂ ਨੂੰ ਛਕਾਉਣ ਵਾਸਤੇ। ਮੈਂ ਕਿਹਾ ਜੀ 7 ਵਚਨ, ਮੈਂ ਕੋਈ ਬੋਰਡ ਨਹੀਂ ਲਾਇਆ ਮੈਮ। ਐਂਡ ਵੀ
ਉੱਥੋਂ ਹਜੇ ਵੀ ਜਦੋਂ ਮੈਂ ਡਾਊਨਟਾਊਨ ਦੇ ਵਿੱਚੋਂ ਜਦੋਂ ਉਹ ਸੜਕ ਤੋਂ ਲੰਘਦਾ ਨਾ ਤੇ ਮੈਨੂੰ ਮੇਰੇ ਸੱਚੀ ਲੂੰ ਕੰਡੇ ਖੜੇ ਹੋ ਜਾਂਦੇ ਆ। ਉਦੋਂ ਤੋਂ ਕਿਰਪਾ ਮਹਾਰਾਜ ਦੀ ਇੰਨੀ ਹੋਈ। ਤੇ ਵਿਸਾਖੀ ਲਈ ਹਾਂਜੀ ਸਾਰੀ ਸੰਗਤਾਂ ਨੂੰ ਬੇਨਤੀ ਕਿ ਸਾਡੇ ਸਟੋਰ 'ਤੇ ਜ਼ਰੂਰ ਆਓ। ਉਦੋਂ ਗੁਰੂ ਕਾ ਲੰਗਰ ਇੱਥੇ ਚੱਲੇਗਾ ਜੀ। ਤੇ ਹਾਂਜੀ ਤੇ ਪਲੀਜ਼ ਤੁਸੀਂ ਵੈਸੇ ਬਲੈਸਿੰਗ ਦੇਣ ਲਈ ਆ ਜਾ ਕਰੋ ਕਦੇ, ਬਜ਼ੁਰਗ ਸਾਡੇ ਜਿਹੜੇ ਆਉਂਦੇ ਨੇ, ਤੇ ਵੀ ਵਿਲ ਬੀ ਹੇਅਰ। ਸੋ ਅੱਜ ਅਸੀਂ ਤੁਹਾਨੂੰ ਮਾਸਟਰ ਜੁਐਲਰਸ ਲੈ ਕੇ ਆਏ ਹਾਂ ਤੇ ਤੁਸੀਂ ਦੇਖਿਆ ਇੱਥੇ ਕੀ ਵੈਰਾਈਟੀਜ਼ ਹੈਗੀਆਂ ਹੈ। ਸੋ ਦਿਲ ਨੂੰ ਲੱਗਿਆ ਤੇ ਇੱਥੇ ਪਹੁੰਚਿਓ ਜ਼ਰੂਰ। ਤੇ ਜਾਣ ਤੋਂ ਪਹਿਲਾਂ ਕਲੋਜ਼ਿੰਗ ਨੋਟਸ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਮੈਂ ਹੀ ਕਹਿਣਾ ਚਾਹੂੰਗਾ ਕਿ ਤੁਸੀਂ ਇੱਕ ਵਾਰੀ ਆਓਗੇ ਤਾਂ ਟਰਸਟ ਮੀ ਨਿਰਾਸ਼ ਹੋ ਕੇ ਨਹੀਂ ਜਾਓਗੇ, ਨਾ ਤਾਂ ਸਰਵਿਸ ਵੱਲੋਂ ਨਾ ਹੀ ਪ੍ਰੋਡਕਟ ਵੱਲੋਂ। ਐਕਸੀਲੈਂਟ ਕੁਆਲਿਟੀ ਪ੍ਰੋਵਾਈਡ ਕਰਾਂਗੇ ਜੀ, ਤੇ ਤੁਹਾਨੂੰ ਮਹਿਸੂਸ ਹੋਏਗਾ ਕਿ ਹਾਂਜੀ ਇੰਡੀਆ ਵਰਗੀ ਸ਼ਾਪਿੰਗ ਹੈਗੀ ਹੈ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਲੋਕੇਸ਼ਨ ਜ਼ਰੂਰ ਦੱਸ। ਹਾਂਜੀ ਸਾਡੀ ਜਿਹੜੀ ਇੱਕ ਲੋਕੇਸ਼ਨ ਬਰੈਂਪਟਨ ਈਸਟ ਯਾਨੀ ਕਿ ਏਅਰਪੋਰਟ ਰੋਡ ਐਂਡ ਬਵੇਡ ਦੇ ਬਿਲਕੁਲ ਇੰਟਰਸੈਕਸ਼ਨ ਦੇ ਉੱਪਰ 51 ਮਾਊਂਟੇਨ ਐਸ਼ ਰੋਡ, ਜਿਹੜਾ ਕਿ ਫੋਰਟੀਨੋਜ਼ ਵਾਲਾ ਪਲਾਜ਼ਾ ਟੈਲੀ ਟਾਈਮ ਦੇ ਬਿਲਕੁਲ ਨਾਲ। ਉੱਥੋਂ ਦਾ ਫੋਨ ਨੰਬਰ ਹੈ ਜੀ 905-906-2424। ਅਤੇ ਜਿਹੜੀ ਸਾਡੀ ਇਹ ਵਾਲੀ ਲੋਕੇਸ਼ਨ ਹੈਗੀ ਹੈ ਚਿੰਕੂਜ਼ੀ ਐਂਡ ਵਿਲੀਅਮਸ ਪਾਰਕਵੇ 'ਤੇ। ਇਹ ਹੈਗਾ 80 ਪਟੋਸਾ ਡਰਾਈਵ, ਯੂਨਿਟ ਨੰਬਰ 18। ਇਹ ਹੈਗਾ ਏਸ਼ੀਅਨ ਫੂਡ ਸੈਂਟਰ ਐਂਡ ਰਸ਼ਮੀ ਬੇਕਰੀ ਵਾਲੇ ਪਲਾਜ਼ੇ ਦੇ ਵਿੱਚ ਅਸੀਂ ਲੋਕੇਟਡ ਹੈਗੇ ਹਾਂ ਜੀ। ਸਾਡਾ ਫੋਨ ਨੰਬਰ ਹੈ 905-904-3637 905-904-3637। ਸੋ ਅਪਾਇੰਟਮੈਂਟ ਦੀ ਜ਼ਰੂਰਤ ਤਾਂ ਨਹੀਂ, ਆ ਸਕਦੀ ਇੱਦਾਂ ਹੀ visit? ਹਾਂਜੀ ਮੋਸਟ ਵੈਲਕਮ। ਅਸੀਂ 7 ਡੇਜ਼ ਓਪਨ ਹੈਗੇ ਆ ਦੋਨੋਂ ਲੋਕੇਸ਼ਨ ਦੇ ਉੱਪਰ। 7 ਦਿਨ ਅਸੀਂ ਖੁੱਲ੍ਹੇ ਹਾਂ ਜੀ, ਮੰਡੇ ਵੀ ਆਫ ਨਹੀਂ ਹੈਗਾ। ਅਤੇ 7 ਦਿਨ ਤੁਸੀਂ ਆਓ, ਸਵੇਰੇ 11 ਵਜੇ ਤੋਂ ਲੈ ਕੇ ਤੇ ਸ਼ਾਮ 7 ਵਜੇ ਤੱਕ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ। ਥੈਂਕ ਯੂ ਸੋ ਮਚ। ਸੋ ਦਰਸ਼ਕਾਂ ਨੂੰ ਇਹੀ ਕਵਾਂਗੇ, ਸੋ ਜਿਵੇਂ ਕਿ ਸਾਰੇ ਜਾਣਦੇ ਨੇ ਵੈਡਿੰਗ ਸੀਜ਼ਨ ਆ ਰਿਹਾ, ਅਸੀਂ ਸਿਰਫ ਆਪਣੀ ਡਰੈਸ ਨੂੰ ਲੈ ਕੇ ਚੂਜ਼ ਹੀ ਨਹੀਂ ਹੋਣਾ, ਆਪਣੀ ਜੁਐਲਰੀ ਨੂੰ ਲੈ ਕੇ ਵੀ ਬਹੁਤ ਚੂਜ਼ ਹੀ ਹੋਣਾ। ਸੋ ਇੱਕ ਵਾਰ ਮਾਸਟਰ ਜੁਐਲਰਸ ਜ਼ਰੂਰ ਆਇਓ। ਤੇ ਇਸ ਦੇ ਨਾਲ ਹੀ ਕੈਮਰਾਮੈਨ ਮਨਦੀਪ ਪੂਨੀਆ ਨਾਲ ਮੈਨੂੰ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰ TV। ਸਤਿ ਸ਼੍ਰੀ ਅਕਾਲ।